ਢੀਂਡਸਾ ਸਾਹਿਬ, ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਇਹ ਜਿਹੜਾ ਪ੍ਰੋਗਰਾਮ ਏਜੰਡਾ 22 ਇਹ 22 ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ 14 ਫਰਵਰੀ ਨੂੰ ਉਹਦੇ ਨਾਲ ਸੰਬੰਧਿਤ ਹੈ। ਗੱਲ ਤਾਂ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਰਹੇ, ਉਹਨਾਂ ਦੇ ਫਾਈਨਾਂਸ ਮਿਨਿਸਟਰ ਰਹੇ, ਤੁਸੀਂ ਸੁਨਾਮ ਤੋਂ ਇਲੈਕਸ਼ਨ ਜਿੱਤੀ, ਲਹਿਰਾ ਗਾਗਾ ਤੋਂ ਤੁਸੀਂ ਪਿਛਲੇ ਮੁੱਖ ਮੰਤਰੀ ਨੂੰ ਹਰਾਇਆ, ਨੌਜਵਾਨ ਹੋ, MBA ਕੀਤੀ ਹੋਈ ਹੈ, ਪੜ੍ਹੇ ਲਿਖੇ ਹੋ। ਬਹੁਤ ਜ਼ਰੂਰਤ ਹੈ ਸਾਨੂੰ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਜਿਹੜੇ ਸਿਆਸਤ 'ਚ ਆਉਣ ਪੜ੍ਹ ਲਿਖ ਕੇ। ਇਹ ਵੀ ਗੱਲ ਕਰ ਸਕਦੇ ਹਾਂ ਕਿ ਤੁਹਾਨੂੰ ਕਿਉਂ ਲੋੜ ਪਈ ਆਪਣੀ ਪੁਰਾਣੀ ਪਾਰਟੀ ਨੂੰ ਛੱਡਣ ਦੀ। ਬਹੁਤ ਵਾਰ ਅਸੀਂ ਇਹ ਗੱਲਾਂ ਕੀਤੀਆਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਵੀ, ਤੁਹਾਡੇ ਨਾਲ ਵੀ, ਪਰ ਹੁਣ ਜਿਹੜਾ ਅਸੀਂ ਗੱਲ ਕਰਨੀ ਹੈ ਥੋੜ੍ਹੀ ਜਿਹੀ ਅੱਗੇ, ਉਹ ਵੀ ਗੱਲ ਆ ਸਕਦੀ ਹੈ ਵਿੱਚ। ਪਰ ਸਭ ਤੋਂ ਪਹਿਲਾਂ ਤਾਂ ਇਹੀ ਕਿ ਤੁਸੀਂ ਲੇਟ ਨਹੀਂ ਹੋ ਰਹੇ। ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਨੇ 100 ਤੋਂ ਉੱਤੇ, ਆਮ ਆਦਮੀ ਪਾਰਟੀ ਨੇ 100 ਤੋਂ ਉੱਤੇ, ਔਰ ਬਾਕੀ ਪਾਰਟੀਆਂ ਤਿਆਰ ਬੈਠੀਆਂ ਨੇ। ਤੁਸੀਂ ਹਾਲੇ ਮੀਟਿੰਗ ਕਰ ਰਹੇ ਹੋ। ਕੱਲ੍ਹ ਵੀ ਪੜ੍ਹ ਰਿਹਾ ਸੀ ਤੁਹਾਡੀ ਮੀਟਿੰਗ ਹੋਈ ਜਿਹੜੀ 6 ਮੈਂਬਰ ਕਮੇਟੀ ਦੀ, ਪਿੱਛੇ ਨਹੀਂ ਰਹਿ ਰਹੇ ਤੁਸੀਂ। ਦੇਖੋ ਵਾਲੀਆ ਸਾਹਿਬ, ਇਹ ਗੱਲ ਤੁਹਾਡੀ ਸਹੀ ਹੈ ਵੀ ਅਸੀਂ ਥੋੜ੍ਹਾ ਜਿਹਾ ਪਿੱਛੇ ਹਾਂ। ਉਹਦਾ ਵੱਡਾ ਕਾਰਨ ਇਹ ਹੈ ਕਿ ਇੱਕ ਤਾਂ ਸਾਡਾ ਅਲਾਇੰਸ ਸਭ ਤੋਂ ਬਾਅਦ 'ਚ ਬਣਿਆ, ਦੂਸਰਾ 3 ਪਾਰਟੀਆਂ ਦੇ ਵਿੱਚ ਜਿਹੜੀਆਂ ਸੀਟਾਂ ਦਾ ਜੋ ਡਿਸਕਸ਼ਨ ਹੈ ਉਹ ਅਸੀਂ ਤਕਰੀਬਨ ਮੁਕੰਮਲ ਕਰ ਲਈ ਸੀ, ਪਰ ਜੋ ਫਾਈਨਲ ਉਹਨੂੰ ਜੋ ਰੂਪ ਰੇਖਾ ਦੇਣੀ ਆ ਉਹ 3 ਪਾਰਟੀਆਂ ਦੇ ਆਗੂਆਂ ਨੇ ਬੈਠ ਕੇ ਦੇਣੀ ਹੈ। ਅਤੇ ਕੈਪਟਨ ਅਮਰਿੰਦਰ ਸਿੰਘ ਜੀ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਤੋਂ ਬਿਮਾਰ ਚੱਲ ਰਹੇ ਨੇ, ਜਿਹਦੇ ਕਰਕੇ ਉਹ ਨਹੀਂ ਸ਼ਾਮਲ ਹੋ ਸਕੇ। ਅਤੇ ਮੈਂ ਸਮਝਦਾ ਜਦੋਂ ਠੀਕ ਹੋ ਜਾਂਦੇ ਨੇ ਉਦੋਂ ਉਹਨੂੰ ਫਾਈਨਲ ਰੂਪ ਦਿੱਤਾ ਜਾਏਗਾ। ਅਸੀਂ ਕਾਫੀ ਹੱਦ ਤੱਕ ਇਹਦੇ ਵੱਲ ਕੰਮ ਕੀਤਾ ਸੀ। ਰਾਤ ਵੀ ਮੈਂ ਤਕਰੀਬਨ ਅਸੀਂ 2-2:30 ਵਜੇ ਤੱਕ ਬੈਠੇ ਰਹੇ ਅਤੇ ਇਸੇ ਚੀਜ਼ ਨੂੰ ਅਸੀਂ ਅੰਤਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਜਲਦੀ ਜਿਹੜਾ ਹੈ ਅਸੀਂ ਇਸ ਲਿਸਟ ਫਾਈਨਲਾਈਜ਼ ਕਰ ਲਾਂਗੇ ਅਤੇ ਮੈਨੂੰ ਲੱਗਦਾ ਥੋੜ੍ਹੇ 2-4 ਦਿਨ ਦੇ ਵਿੱਚ ਹੀ ਇਹ ਪਬਲਿਕ ਹੋ ਜਾਏਗੀ। ਅਤੇ ਮੈਂ ਤਾਂ ਇਹ ਸਮਝਦਾ ਜਿਹੜੀਆਂ ਪਾਰਟੀਆਂ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਤਿਆਰੀ ਕਰ ਰਹੀਆਂ ਨੇ, ਉਹਨਾਂ ਦੀ ਵੀ ਅੱਜ ਤੱਕ ਲਿਸਟ, ਚਾਹੇ ਕਾਂਗਰਸ ਹੈ ਜਾਂ ਹੋਰ ਹੈ, ਉਹਨਾਂ ਨੇ ਤਾਂ ਕਿਸੇ ਨੇ ਆਪ ਹੀ ਜਾਰੀ ਕਰਨੀ ਹੈ, ਕਿਸੇ ਨਾਲ ਸਲਾਹ ਨਹੀਂ ਕਰਨੀ ਦੂਜੀ ਪਾਰਟੀ ਨਾਲ, ਉਹਨਾਂ 'ਚ ਵੀ ਦੇਰੀ ਹੋ ਰਹੀ ਹੈ। ਸੋ ਅਸੀਂ ਤਾਂ ਜਿੰਨਾ ਸਮਾਂ ਥੋੜ੍ਹਾ ਸੀ ਉਹਦੇ ਮੁਤਾਬਕ ਕਾਫੀ ਤੇਜ਼ੀ ਦੇ ਨਾਲ ਜਿਹੜਾ ਹੈ ਕੰਮ ਨੂੰ ਨਿਪਟਾਇਆ ਅਤੇ ਥੋੜ੍ਹੇ ਦਿਨਾਂ 'ਚ ਹੀ ਹੋ ਜਾਏਗਾ। ਜੀ ਢੀਂਡਸਾ ਸਾਹਿਬ, ਪਰ ਦੂਜੇ ਪਾਸੇ ਜਿਹੜੀ ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਹੈ, ਸਾਡੇ ਨਾਲ ਵੀ ਇਸੇ ਪ੍ਰੋਗਰਾਮ 'ਚ ਉਹਨਾਂ ਨੇ ਸ਼ਾਮਲ ਹੋਣਾ ਸੀ। ਇਹ ਕੋਵਿਡ ਕਰਕੇ ਨਹੀਂ ਆ ਰਹੇ, ਪਰ ਆਨਲਾਈਨ ਗੱਲਬਾਤ ਹੋ ਸਕਦੀ ਹੈ। ਸਰ ਰਾਨਿੰਦਰ ਸਿੰਘ ਤੁਹਾਡੇ ਨਾਲ ਹੀ ਨੇ ਕਮੇਟੀ 'ਚ। ਚਲੋ ਇਹ ਤਾਂ ਨਹੀਂ, ਪਰ ਕਿਹਾ ਤਾਂ ਇਹ ਗਿਆ ਕਿ ਤੁਸੀਂ ਪਰਸੋਂ, ਮਤਲਬ ਇੱਕ ਦਿਨ ਛੱਡ ਕੇ ਜਿਹੜੀ ਹਾਂਜੀ ਤੁਸੀਂ ਗਏ ਦਿੱਲੀ, ਅਮਿਤ ਸ਼ਾਹ ਜੀ ਨੂੰ ਮਿਲੇ, ਅਤੇ ਬੜੇ ਢੀਂਡਸਾ ਸਾਹਿਬ ਸੀ, ਤੁਸੀਂ ਸੀ, ਹੋਰ ਬਹੁਤ ਸਾਰੇ। ਅੱਜ ਮੈਂ ਆਪਣੇ ਪ੍ਰੋਗਰਾਮ 'ਚ ਜ਼ਿਕਰ ਵੀ ਕੀਤਾ ਸੀ ਕਿਹੜੇ ਕਿਹੜੇ ਸੀ। ਅਤੇ ਕਿਹਾ ਤਾਂ ਇਹ ਗਿਆ ਪਬਲਿਕਲੀ, ਤੁਸੀਂ ਕਿਹਾ ਕਿ ਜੀ ਅਸੀਂ ਤਾਂ ਬੰਦੀ ਸਿੰਘਾਂ ਦੀ ਜਿਹੜੀ ਹੈ ਰਿਹਾਈ ਲਈ ਗਏ ਆ, ਜਿਹਦੇ ਬਾਰੇ ਮੈਂ ਉਹ ਵੀ ਸਵਾਲ ਕਰੂੰਗਾ ਵੀ ਸ਼ਾਇਦ ਉਹ ਵੀ ਆ ਜਾਣਗੇ ਜਿਸ ਤਰ੍ਹਾਂ ਦਾ ਕੇਸ ਚੱਲ ਰਿਹਾ ਜਾਂ ਮਾਰਚ ਕੀਤਾ ਉਹਨਾਂ ਨੇ। ਲੇਕਿਨ ਗੱਲ ਇਹ ਹੈ ਕਿ ਸੀਟਾਂ ਦੀ ਜਿਹੜੇ ਸੀਟ ਸ਼ੇਅਰਿੰਗ ਦੀ ਗੱਲ ਮੇਰੇ ਸੂਤਰ ਦੱਸਦੇ ਨੇ ਕਿ ਤੁਸੀਂ ਉੱਥੇ 20-25 ਸੀਟਾਂ ਮੰਗ ਰਹੇ ਸੀ, ਉਹ 15 ਦੇਣ ਨੂੰ ਤਿਆਰ ਨੇ। ਕੁਛ ਐਸੀ ਗੱਲ ਵੀ ਹੋਈ ਹੈ? ਦੇਖੋ ਵਾਲੀ ਸਾਹਿਬ, ਸਾਰੀਆਂ ਕਿਆਸ ਰਹੀਆਂ, ਕੋਈ ਐਸੀ ਗੱਲ ਨਹੀਂ। ਨਾ ਹੀ ਉੱਥੇ ਸੀਟਾਂ ਦੀ ਕੋਈ ਡਿਸਕਸ਼ਨ ਹੋਈ ਹੈ, ਨਾ ਹੀ ਕੋਈ ਉੱਥੇ ਵਿਚਾਰ ਹੋਈ। ਸਿਰਫ ਇਹ 2-3 ਇਸ਼ੂਜ਼ ਹੀ ਉੱਥੇ ਡਿਸਕਸ ਹੋਏ ਨੇ। ਅਤੇ ਸੀਟਾਂ ਦੀ ਪਹਿਲਾਂ ਹੀ ਇਹ ਫੈਸਲਾ ਹੋਇਆ ਸੀ ਵੀ 6 ਮੈਂਬਰੀ ਕਮੇਟੀ ਕਰੇਗੀ। ਉਸ ਤੋਂ ਬਾਅਦ ਜਿਹੜੇ ਨਹੀਂ ਕੋਈ ਸੌਟ ਆਊਟ ਹੋ ਸਕਣਗੀਆਂ ਉਹਨੂੰ ਫਿਰ ਕਿੰਨੀਆਂ ਸੀਟਾਂ ਤੁਹਾਡੀ ਪਾਰਟੀ ਨੂੰ ਮਿਲ ਰਹੀਆਂ ਨੇ? ਹਜੇ ਕੋਈ ਇਸ ਚੀਜ਼ ਬਾਰੇ 3 ਪਾਰਟੀਆਂ ਨੂੰ ਕੁਛ ਨਹੀਂ ਪਤਾ ਕਿੰਨੀਆਂ ਸੀਟਾਂ ਮਿਲ ਰਹੀਆਂ ਨੇ। ਸੀਟਾਂ ਦਾ ਜੋ ਲੈਣ ਦੇਣ ਹੈ ਉਹ ਵਿਨੇਬਿਲਿਟੀ, ਵੀ ਜਿਹੜੀ ਪਾਰਟੀ ਦਾ ਜਿੱਥੇ ਰਸੂਖ ਹੈ, ਜਿੱਥੇ ਉਹਨਾਂ ਕੋਲ ਚੰਗੇ ਉਮੀਦਵਾਰ ਨੇ, ਜਿਹੜਾ ਉਮੀਦਵਾਰ ਜਿੱਤਣ ਦੀ ਪੋਜੀਸ਼ਨ 'ਚ ਹੈ, ਉਹਨੂੰ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਉਹਦਾ ਮਾਪਦੰਡ ਕੀ ਹੋਏਗਾ? ਹਰ ਇੱਕ ਪਾਰਟੀ ਕਹੇਗੀ ਜੀ ਇਹ ਮੇਰਾ ਕੈਂਡੀਡੇਟ। ਜਿੱਥੇ ਤਾਂ ਕੋਈ ਜਿਹੜਾ ਹੈਗਾ ਪਤਾ ਹੀ ਹੁੰਦਾ ਹੈਗਾ ਵੀ ਕਿਹੜਾ ਉਮੀਦਵਾਰ ਚੰਗਾ ਹੈ, ਨਹੀਂ ਫਿਰ ਜਿੱਥੇ ਕੋਈ ਜ਼ਿਆਦਾ ਇਸ਼ੂ ਆਏਗਾ ਉੱਥੇ ਸਪੌਟ ਸਰਵੇਜ਼ ਹੋ ਜਾਂਦੇ ਨੇ। ਸਪੌਟ ਸਰਵੇ ਦੇ ਬੇਸ 'ਤੇ ਜੋ ਉਹਦੀ ਰਿਪੋਰਟ ਆਈ ਉਹਦੇ ਬੇਸ 'ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਊਗੀ।
ਪਰਮਿੰਦਰ ਸਿੰਘ ਢੀਂਡਸਾ ਦਾ ਉਹੀ ਹਲਕਾ ਰਹੇਗਾ ਜਾਂ ਕੋਈ ਬਦਲ ਮੇਰਾ ਤਾਂ ਇਹ ਫਾਈਨਲ ਹੈ। ਬੜੇ ਚਿਰ ਤੋਂ ਮੈਨੂੰ ਸਮਾਂ ਕਈ ਵਾਰ ਜਿਹੜਾ ਸਵਾਲ, ਮੈਨੂੰ ਪਤਾ ਨਹੀਂ ਕਿਉਂ ਇਸ ਗੱਲ ਦਾ ਭੁਲੇਖਾ ਪੈ ਰਿਹਾ, ਲਹਿਰੇ ਤੋਂ ਚੋਣ ਲੜਨ ਦਾ ਫੈਸਲਾ ਮੈਂ ਤਾਂ ਬੜੇ ਚਿਰ ਤੋਂ ਤਿਆਰੀ ਕਰ ਰਿਹਾ, ਸੋ ਉੱਥੋਂ ਹੀ ਚੋਣ ਲੜਨੀ ਹੈ, ਲਹਿਰੇ ਤੋਂ ਹੀ। ਨਹੀਂ, ਕਈ ਵਾਰ ਕਿਉਂਕਿ ਤੁਹਾਡੇ ਕਿਹੜਾ ਇੱਕ ਹਲਕਾ ਹੈ, ਸੁਨਾਮ ਵੀ ਤੁਹਾਡੇ ਇਸ ਤਰ੍ਹਾਂ ਹੀ ਨਹੀਂ, ਮੇਰਾ ਲਹਿਰੇ ਤੋਂ ਹੀ ਚੋਣ ਲੜਨੀ ਹੈ। ਅੱਛਾ, ਚਲੋ ਇਹ ਸਾਰੀ ਗੱਲ ਅਸੀਂ ਤੁਹਾਡੀ ਮੰਨ ਲਏ ਆ ਵੀ ਉੱਥੇ ਤੁਹਾਡਾ ਇਹ ਏਜੰਡੇ 'ਚ ਆਈਟਮ ਨਹੀਂ ਸੀ ਸ਼ੀਟ ਸ਼ੇਅਰਿੰਗ ਦੀ। ਹੋਰ ਕਿਹੜੀਆਂ ਆਈਟਮ ਸੀ? ਦੇਖੋ, ਸਾਡੀ ਪਹਿਲਾ ਤਾਂ ਇਸ਼ੂ ਸੀਗਾ ਬੰਦੀ ਸਿੱਖਾਂ ਦੀ ਰਿਹਾਈ ਦਾ। ਉਹ 'ਚ ਅਸੀਂ ਸਾਰਾ ਉਹਨਾਂ ਨੂੰ 20 ਜਿਹੜੇ ਸਿੰਘ ਨੇ ਜਿਹੜੇ ਜੇਲ੍ਹਾਂ 'ਚ ਕੈਦ ਨੇ, ਉਹਨਾਂ ਦਾ ਸਾਰੇ ਡਿਟੇਲ ਅਸੀਂ ਦੇ ਕੇ ਆਏ ਹਾਂ। ਕਿਹੜੇ ਕਿਹੜੇ ਧਾਰਾ ਦੇ ਤਹਿਤ ਕਿਹੜੇ ਸੈਕਸ਼ਨ ਲੱਗੇ, ਉਹਨਾਂ 'ਤੇ ਕੀ ਸਜ਼ਾ ਹੋਈ ਹੈ ਅਤੇ ਕਿੰਨੀ ਸਜ਼ਾ ਹੋ ਚੁੱਕੀ ਹੈ, ਕਿਹੜੇ ਐਲੀਜੀਬਲ ਨੇ, ਅਤੇ ਕੁਛਾਂ ਦੀ ਜਿਹੜੀ ਮੰਗ ਸੀ ਵੀ ਜਿਨ੍ਹਾਂ ਦੀ ਸਜ਼ਾ ਕਈਆਂ ਦੀ ਨਹੀਂ ਪੂਰੀ ਹੋਈ, ਵੀ ਸਾਨੂੰ ਜੇਲ੍ਹ ਟਰਾਂਸਫਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕਰਤੀ ਜਾਵੇ, ਬਾਹਰਲੇ ਸੂਬੇ 'ਚ ਬੈਠੇ। ਉਹ ਸਾਰੀਆਂ ਚੀਜ਼ਾਂ ਅਸੀਂ ਲੈ ਕੇ ਗਏ ਸੀ ਅਤੇ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਜ਼ਰੂਰ ਇਹਦੇ 'ਤੇ ਜੋ ਵੀ ਕੁਛ ਹੋ ਸਕੇਗਾ ਕਾਨੂੰਨ ਦੇ ਦਾਇਰੇ ਦੇ ਵਿੱਚ ਉਹ ਅਸੀਂ ਜ਼ਰੂਰ ਕਰਾਂਗੇ। ਜਿਨ੍ਹਾਂ ਦੀ ਕੋਈ ਸਜ਼ਾ ਪੂਰੀ ਹੋ ਗਈ, ਅਸੀਂ ਉਹਨਾਂ ਨੂੰ ਕੋਈ ਰੱਖਣ ਦੇ ਹੱਕ 'ਚ ਨਹੀਂ ਹੈਗੇ। ਜਿੱਥੇ ਕੋਈ ਕਾਨੂੰਨੀ ਚ ਨਾ ਹੋਈ, ਅਸੀਂ ਕੇਸ ਵਾਈਜ਼ ਤੁਹਾਨੂੰ ਸਾਰੀ ਇਨਫੋ ਪਹੁੰਚਾਵਾਂਗੇ ਅਤੇ ਅਸੀਂ ਹਰ ਸੰਭਵ ਯਤਨ ਕਰਾਂਗੇ ਵੀ ਵੱਧ ਤੋਂ ਵੱਧ ਰਿਹਾਈ ਹੋ ਸਕੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਸ਼੍ਰੋਮਣੀ ਅਕਾਲੀ ਦਲ, ਚਾਹੇ ਉਹਨੂੰ ਬਾਦਲ ਕਹਿ ਲਈਏ, ਉਹਨਾਂ ਦੋਨਾਂ 'ਚ ਫਰਕ ਕੀ ਹੈ? ਕਿਸ ਮੁੱਦੇ ਤੇ ਤੁਸੀਂ ਜ਼ਿਆਦਾ ਅਲੱਗ ਹੋ? ਦਰਸ਼ਕ ਇਹ ਜਾਣਨਾ ਚਾਹੁੰਦੇ। ਦੇਖੋ, ਗੱਲ ਇਹ ਹੈ ਕਿ ਇਹ ਜੋ ਢੀਂਡਸਾ ਸਾਹਿਬ ਨੇ ਜਦ ਇਹ ਫੈਸਲਾ ਲਿਆ ਪਾਰਟੀ ਛੱਡਣ ਦਾ ਜੀ, ਉਹ ਰਾਤੋਂ ਰਾਤ ਨਹੀਂ ਲਿਆ। ਉਹ ਹੌਲੇ ਸਮੇਂ ਦੇ ਨਾਲ ਜਿਵੇਂ ਜਿਵੇਂ ਉਹਨਾਂ ਨੂੰ ਪਾਰਟੀ ਦੇ ਕੰਮਕਾਜ, ਪਾਰਟੀ ਦੀ ਵਰਕਿੰਗ, ਪਾਰਟੀ ਦੇ ਸਿਧਾਂਤਕ ਤੌਰ 'ਤੇ ਜਿਸ ਤਰੀਕੇ ਨਾਲ ਪਾਰਟੀ ਤਿੜਕ ਰਹੀ ਸੀ, ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਹਨਾਂ 'ਚ ਮਾਯੂਸੀ ਆਈ ਅਤੇ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਇਹ ਬੜੀ ਵਾਰ ਉਹਨਾਂ ਦਾ ਮੁੱਦੇ ਉਠਾਉਣ ਦੇ ਬਾਵਜੂਦ ਜਦ ਪਾਰਟੀ ਵਿੱਚ ਐਡਰੈਸ ਨਹੀਂ ਹੋਏ ਵੀ ਅਸੀਂ ਪਾਰਟੀ ਦੇ ਸਿਧਾਂਤਾਂ ਤੋਂ ਜਿਹੜੀ ਆ ਪਾਰਟੀ ਪਿੱਛੇ ਹਟ ਰਹੀ ਹੈ, ਇੱਥੇ ਡੈਮੋਕ੍ਰੈਟਿਕ ਕੋਈ ਪ੍ਰੋਸੈਸ ਨਹੀਂ ਰਿਹਾ, ਸਾਡੀਆਂ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਪੰਥਕ ਲੋਕਾਂ ਦੇ ਵਿੱਚ ਸਾਡੀ ਸਾਖ ਖਤਮ ਹੁੰਦੀ ਜਾ ਰਹੀ ਹੈ, ਸਾਨੂੰ ਕਰੈਕਟਿਵ ਐਕਸ਼ਨ ਲੈਣ ਦੀ ਲੋੜ ਹੈ। ਜਿਹੜੇ ਉਹਨਾਂ ਨੇ ਸੁਜੈਸਟ ਕੀਤੇ ਵੀ ਆਹ ਕੁਛ ਸਾਨੂੰ ਕਰਨਾ ਚਾਹੀਦਾ, ਉਹ ਜਦ ਉਹਨਾਂ ਨੇ ਕੋਈ ਸੁਣਵਾਈ ਨਹੀਂ ਹੋਈ ਤਾਂ ਫਿਰ ਉਹਨੂੰ ਮਾਯੂਸ ਹੋ ਕੇ, ਕਿਉਂਕਿ ਪਾਰਟੀ ਜਿਹੜੀ ਇੰਨਾ ਚਿਰ ਸਮਾਂ ਹੋਵੇ ਤੁਹਾਨੂੰ ਛੱਡਣ ਦਾ ਕਿਸੇ ਦਾ ਮਨ ਨਹੀਂ ਹੁੰਦਾ, ਸੋ ਉਹਨਾਂ ਨੇ ਇਹ ਸੋਚ ਕੇ ਲਈ ਵੀ ਅਸੀਂ ਜੋ ਨਵੀਂ ਪਾਰਟੀ ਬਣਾਉਣੀ ਹੈ ਉਹ ਸਿਧਾਂਤਕ ਲੀਹਾਂ 'ਤੇ ਤੋਰਨ ਵਾਸਤੇ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਸੀਂ ਸਥਾਪਿਤ ਕੀਤਾ ਅਤੇ ਅਸੀਂ ਉਸ ਪੰਥਕ ਅਤੇ ਪੰਜਾਬ ਦੇ ਏਜੰਡੇ ਨੂੰ ਲੈ ਕੇ ਅੱਗੇ ਤੁਰੇ ਹਾਂ, ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਚੁੱਕੇ। ਅੱਜ ਹਰ ਪਹਿਲੂ ਤੋਂ ਤੁਸੀਂ ਦੇਖ ਲਓ, ਜਦ ਕਿਸੇ ਪੰਥਕ ਪਾਰਟੀ ਦੇ ਉੱਤੇ ਬੇਅਦਬੀ ਦੇ ਦੋਸ਼ ਲੱਗ ਜਾਣ ਤਾਂ ਉਸ ਤੋਂ ਮੈਂ ਸਮਝਦਾ ਕੋਈ ਦੁਖਦਾਈ ਗੱਲ ਹੋ ਨਹੀਂ ਸਕਦੀ। ਅਤੇ ਫਿਰ ਉਹਦਾ ਤੁਸੀਂ ਕੋਈ ਹੱਲ ਨਾ ਕੱਢੋ, ਤੁਸੀਂ ਉਹਦੀ ਜਵਾਬ ਤੁਹਾਡੇ ਕੋਲ ਨਾ ਹੋਵੇ, ਤੁਸੀਂ ਕੋਈ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ ਅਤੇ ਰਾਦਰ ਉਹ ਦੋਸ਼ੀਆਂ ਦੀ ਪ੍ਰੋਟੈਕਸ਼ਨ ਹੋਵੇ, ਤਾਂ ਫਿਰ ਦੱਸੋ ਕੀ ਇਹ ਹੋਏਗਾ। ਸੋ ਇਸ ਕਰਕੇ ਪਾਰਟੀ ਦਾ ਨਿਘਾਰ ਆਉਣ ਕਰਕੇ ਹੀ ਇਹ ਸਾਰਾ ਕੁਛ ਜਿਹੜਾ ਇਹ ਫੈਸਲਾ ਲੈਣਾ ਪਿਆ। ਜਿਹੜੀ ਹੁਣ ਤੱਕ ਜਿਸ ਤਰ੍ਹਾਂ ਦੇ ਹਾਲਾਤ ਬਣੇ, ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਸੀ, ਘੱਟੋ ਘੱਟ 15 ਕੁ ਦਿਨ ਪਹਿਲਾਂ ਦੀ ਗੱਲ, 5 ਜਨਵਰੀ ਵਾਲਾ ਦਿਨ ਆਪਾਂ ਉਹ ਵੀ ਇਨਕਲੂਡ ਕਰ ਲਈਏ, ਜਿਸ ਤਰ੍ਹਾਂ ਕੁਛ ਹੋਇਆ, ਅਤੇ ਤੁਹਾਨੂੰ ਢੀਂਡਸਾ ਸਾਹਿਬ ਇਹ ਨਹੀਂ ਲੱਗਦਾ ਕਿ ਜਦੋਂ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਅਲਾਇੰਸ ਕੀਤਾ ਕਿ ਤੁਹਾਨੂੰ ਪਿੰਡਾਂ ਦੇ ਵਿੱਚ ਇਹ ਕਿਸਾਨਾਂ ਦਾ ਖਾਸ ਤੌਰ 'ਤੇ ਵਿਰੋਧ ਜਿਹੜਾ ਸਹਿਣਾ ਪਏਗਾ? ਦੇਖੋ, ਅਸੀਂ ਕੋਈ ਇਹ ਫੈਸਲਾ ਕੋਈ ਇੱਕ ਸ਼ਾਰਟ ਟਰਮ ਗੇਨਸ ਵਾਸਤੇ ਨਹੀਂ ਕੀਤਾ। ਅਸੀਂ ਪੰਜਾਬ ਦੇ ਲੌਂਗ ਟਰਮ ਜਿਹੜੀਆਂ ਹਾਲਾਤਾਂ ਨੂੰ ਦੇਖ ਕੇ, ਭਵਿੱਖ ਨੂੰ ਦੇਖ ਕੇ ਇਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਫੈਸਲਾ ਲਿਆ ਹੈ ਅਤੇ ਪਾਰਟੀ ਦੇ ਵਿੱਚ ਬੈਠ ਕੇ ਵਿਚਾਰ ਕੇ ਸਾਰੀ ਲੀਡਰਸ਼ਿਪ ਨੇ ਸਹਿਮਤੀ ਪ੍ਰਗਟਾ ਕੇ ਫਿਰ ਇਹ ਜਿਹੜਾ ਫੈਸਲਾ ਲਿਆ। ਅਤੇ ਮੈਂ ਇਹ ਸਮਝਦਾਗਾ ਠੀਕ ਹੈ, ਕਿਸਾਨੀ ਸੰਘਰਸ਼ ਇੱਕ ਬੜਾ ਮੁਸ਼ਕਿਲ ਦੌਰ ਸੀ ਪੰਜਾਬ ਦਾ, ਅਤੇ ਕੇਂਦਰ ਸਰਕਾਰ ਦਾ ਗਲਤ ਫੈਸਲਾ ਸੀ ਜਿਹੜਾ ਉਹਨਾਂ ਨੂੰ ਵਾਪਸ ਲੈਣਾ ਪਿਆ ਅਤੇ ਪ੍ਰਧਾਨ ਮੰਤਰੀ ਜੀ ਨੇ ਮਾਫੀ ਮੰਗੀ। ਪਰ ਦੇਖੋ, ਹੁਣ ਗੱਲ ਇਹ ਹੈ ਕਿ ਸਿਰਫ ਸਾਡਾ ਏਜੰਡਾ ਇੱਕੋ ਹੀ ਸੀ ਪੰਜਾਬ ਦਾ ਵੀ ਅਸੀਂ ਕਾਨੂੰਨ ਵਾਪਸ ਕਰਾਉਣ ਤੋਂ ਬਾਅਦ ਹੁਣ ਸਾਡਾ ਕੋਈ ਅੱਗੇ ਕੋਈ ਨਿਸ਼ਾਨਾ ਨਹੀਂ ਹੈ ਕਿ ਅਸੀਂ ਪੰਜਾਬ ਦੇ ਮਸਲੇ ਖਤਮ ਹੋ ਗਏ, ਉਹ ਮਸਲਿਆਂ ਨੂੰ ਕਿਵੇਂ ਹੱਲ ਕਰਾਉਣਾ ਹੈ, ਕੌਣ ਹੱਲ ਕਰ ਸਕਦਾ ਹੈ, ਇਹ ਸਾਰੀਆਂ ਚੀਜ਼ਾਂ ਵੀ ਸਵਾਲ ਸਾਡੇ ਸਾਹਮਣੇ ਨੇ। ਅਤੇ ਮੈਂ ਇਹ ਸਮਝਦਾਗਾ
ਕਿ ਕੇਂਦਰ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਬਹੁਤੇ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਜਾ ਸਕਦੇ, ਚਾਹੇ ਪੰਥਕ ਮਸਲੇ ਨੇ, ਚਾਹੇ ਸਾਡੇ ਕਿਸਾਨੀ ਦੇ ਮਸਲੇ ਨੇ, ਜਾਂ ਪੰਜਾਬ ਦੇ ਅਰਥਚਾਰੇ ਨਾਲ ਸੰਬੰਧਿਤ ਮਸਲੇ ਨੇ। ਸਾਰਿਆਂ 'ਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਸਾਨੂੰ ਸਹਿਯੋਗ ਦੀ ਲੋੜ ਹੈ। ਤੇ ਅਸੀਂ ਬੀਜੇਪੀ ਨਾਲ ਜੇ ਆਪਾਂ ਕਹੀਏ ਵੀ ਇੱਕੋ ਦਮ ਉਹਨਾਂ ਨਾਲ ਟੋਟਲੀ ਕੱਟ ਆਫ ਹੋ ਕੇ ਬਾਈਕਾਟ ਕਰਕੇ ਆਪਾਂ ਜਿਹੜਾ ਹੈ ਮਸਲੇ ਹੱਲ ਨਹੀਂ ਕਰਾ ਸਕਦੇ। ਸੋ ਜਿਹੜਾ ਕੋਈ ਇੱਕ ਜੇ ਆਪਾਂ ਸਾਰੂ ਸੋਚ ਲੈ ਕੇ ਚੱਲੀਏ ਤਾਂ ਮੈਂ ਸਮਝਦਾ ਕਿ ਸਾਨੂੰ ਪਿੱਛੇ ਨੂੰ ਥੋੜ੍ਹਾ ਮੋਟਾ ਕਿਤੇ ਨਾ ਕਿਤੇ ਜਿਹੜਾ ਹੈ ਭੁੱਲ ਕੇ ਨਹੀਂ ਮੈਂ ਕਹਾਂਗਾ ਵੀ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਸਾਨੂੰ ਭਵਿੱਖ ਦਾ ਵੀ ਸੋਚਣਾ ਪਏਗਾ। ਉਹ ਚੀਜ਼ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਕੀਤਾ। ਢੀਂਡਸਾ ਸਾਹਿਬ, ਜਿਹੜਾ ਤਰਕ ਤੁਸੀਂ ਦੇ ਰਹੇ ਹੋ, ਤੁਸੀਂ ਕੇਂਦਰ ਦਾ ਤਰਕ ਦੇ ਰਹੇ ਹੋ। ਇਹ ਗੱਲ ਕਾਫੀ ਸਾਲ ਪਹਿਲਾਂ ਜਦੋਂ ਬਰਨਾਲਾ ਸਾਹਿਬ ਤੋਂ ਜਦੋਂ ਉਹਨਾਂ ਨੇ ਰਿਜ਼ਾਈਨ ਨਹੀਂ ਕੀਤਾ ਉਸ ਵੇਲੇ ਵੀ ਉੱਠੀ ਸੀ, ਤੇ ਮੈਂ ਬਰਨਾਲਾ ਸਾਹਿਬ ਨੂੰ ਇੰਟਰਵਿਊ 'ਚ ਇੱਕ ਵਾਰੀ ਪੁੱਛਿਆ ਵੀ ਸੀ, ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਹਮੇਸ਼ਾ ਇਹ ਸੋਚਣਾ ਚਾਹੀਦਾ। ਸ਼ਾਇਦ ਉਹਨਾਂ ਨੇ DMK ਦੀ ਐਗਜ਼ਾਮਪਲ ਦਿੱਤੀ ਸੀ, ਤਾਮਿਲਨਾਡੂ ਦੀ, ਮੇਰੇ ਹੁਣ ਜਾਣਨਾ DMK ਦੀ ਸੀ, ਕਿ ਉਹ ਮਾਡਲ ਸਾਨੂੰ ਅਪਣਾਉਣਾ ਚਾਹੀਦਾ ਵੀ ਕੇਂਦਰ ਨਾਲ, ਜਿਵੇਂ ਤੁਸੀਂ ਕਿਹਾ ਹੁਣ ਤੁਸੀਂ ਕੇਂਦਰ ਨਾਲ ਕਹਿ ਰਹੇ ਹੋ ਕਿ BJP ਮਸਲੇ ਹੱਲ ਕਰੂ, ਕੇਂਦਰ 'ਚ ਤਾਂ ਕਾਂਗਰਸ ਵੀ ਆ ਸਕਦੀ ਹੈ, ਫਿਰ ਤੁਸੀਂ ਕਾਂਗਰਸ ਨਾਲ ਜਾਓਗੇ। ਦੇਖੋ ਅੱਜ ਮੈਂ ਗੱਲ ਕਹਿਣਾਗਾ, ਅੱਜ ਜਿਹੜੇ ਹਾਲਾਤ ਨੇ ਉਹਨਾਂ ਨੂੰ ਅਸੀਂ ਤਾਂ ਦੇਖੋ ਜੋ ਵੀ ਫੈਸਲਾ ਕਰਨਾ ਹੈ ਉਹ ਨੇੜੇ ਭਵਿੱਖ ਦਾ ਅਸੀਂ ਦੇਖ ਕੇ ਕਰਨਾ ਹੈਗਾ। ਤੇ ਕਾਂਗਰਸ ਨਾਲ ਦੇਖੋ ਸਾਡੇ ਵੱਡੇ ਮਤਭੇਦ ਨੇ, ਠੀਕ ਹੈ, ਤੇ ਮੈਨੂੰ ਕਾਂਗਰਸ ਜਾਂ ਕੋਈ ਹੋਰ ਪਾਰਟੀ ਹਜੇ ਕੇਂਦਰ 'ਚ ਕੋਈ ਦੇਖੋ ਕੋਈ ਜੋ ਮਰਜ਼ੀ ਕਹੀ ਜਾਵੇ, ਹਜੇ ਮੈਨੂੰ ਨਹੀਂ ਲੱਗਦਾ ਵੀ ਸੈਂਟਰ 'ਚ ਕੋਈ ਹੋਰ ਕੋਈ ਪਾਰਟੀ ਜਲਦੀ ਕੋਈ ਆਏਗੀ। BJP ਨੇ ਜਿਸ ਤਰੀਕੇ ਨਾਲ ਆਪਦੇ ਆਪ ਨੂੰ ਉੱਥੇ ਸਥਾਪਿਤ ਕੀਤਾ ਜਾਂ ਜਿਵੇਂ ਨੈਸ਼ਨਲ ਵਾਈਡ ਉਹਨਾਂ ਨੇ ਆਪਣਾ ਪਹੁੰਚ ਗਏ ਨੇ, ਉਹਨਾਂ ਨੇ ਉਹ ਅਗਲੇ ਘੱਟੋ ਘੱਟ 5-7 ਸਾਲ ਤਾਂ BJP ਕਿਤੇ ਨਹੀਂ ਜਾਂਦੀ ਸੈਂਟਰ 'ਚੋਂ। ਸੋ ਸਾਨੂੰ ਜਿਹੜਾ ਹੈ ਘੱਟੋ ਘੱਟ ਉਹਨਾਂ ਦਾ ਸਹਿਯੋਗ ਤਾਂ ਲੈਣਾ ਚਾਹੀਦਾ। ਸਰਕਾਰ ਇੱਥੇ ਬਣੇ ਨਾ ਬਣੇ ਕੋਈ ਉਹ ਸੈਪਰੇਟ ਚੀਜ਼ਾਂ ਨੇ, ਸਾਨੂੰ ਉਹਨਾਂ ਨੂੰ ਸਹਿਯੋਗ ਤਾਂ ਸਾਨੂੰ ਲੈਣਾ ਪਏਗਾ ਜੇ ਅਸੀਂ ਕਰਨਾ ਹੈਗਾ। ਜੇ ਅਸੀਂ ਉਹਨਾਂ ਨੂੰ ਬਿਲਕੁਲ ਹੀ ਬਾਈਕਾਟ ਕਰ ਦਾਂਗੇ ਫਿਰ ਸਾਨੂੰ ਕਿਹਨੇ ਪੁੱਛਣਾ ਹੈਗਾ। ਇਹ ਢੀਂਡਸਾ ਸਾਹਿਬ, ਮੈਂ ਇੱਕ ਵਾਰ ਫਿਰ ਇਹ ਕਹੂੰਗਾ ਅੱਗੇ ਜਾ ਕੇ ਕਿ ਤੁਸੀਂ ਆਪਣੇ ਵੋਟਰਸ ਨੂੰ ਕਨਵਿੰਸ ਕਰਾਓ ਕਿ ਤੁਸੀਂ ਕਿਉਂ ਇੱਧਰ ਆ ਰਹੇ ਹੋ। ਲੇਕਿਨ ਮੇਰਾ ਇੱਕ ਸਵਾਲ ਉਦੋਂ ਪਹਿਲਾਂ, ਤੁਸੀਂ ਜ਼ਿਕਰ ਕੀਤਾ ਕਿ ਅਸੀਂ ਉਹਨਾਂ ਨਾਲ ਸ਼ਾਰਟ ਟਰਮ ਗੇਨ ਜਿਹੜਾ ਅਸੀਂ ਚਾਹੁੰਦੇ ਸੀ। ਮੇਰੇ ਯਾਦ ਹੈ ਕਿ ਜਦੋਂ ਨਤੜਕ ਸਿੰਘ ਬਰਾੜ ਆਏ ਤੁਹਾਡੀ ਪਾਰਟੀ 'ਚ, ਉਦੋਂ ਮੈਨੂੰ ਦੱਸਿਆ ਸੀ ਵੱਡੇ ਢੀਂਡਸਾ ਸਾਹਿਬ ਨੇ ਕਿ ਇਹ ਸਾਡੇ ਬਹੁਤ ਜਿਹੜੇ ਨੇੜਲੇ ਤੇ ਤਕੜੇ ਮਿੱਤਰ ਨੇ ਤੇ ਪਾਰਟੀ ਦੇ ਬਹੁਤ ਅੱਛੇ ਥੰਮ ਨੇ। ਇਹ ਹੁਣ ਜਿਹੜੇ ਇਹੋ ਜਿਹੇ ਥੰਮ, ਚਲੋ ਬਰਹਮਪੁਰਾ ਸਾਹਿਬ ਚਲੇ ਗਏ, ਉਹਨਾਂ ਨੂੰ ਤਾਂ ਹੋ ਸਕਦਾ ਕੋਈ ਬਚਾ, ਵੈਸੇ ਅਸੀਂ ਤਾਂ ਇਹ ਮੰਨਦੇ ਨਹੀਂ ਕਿ ਇਹਦੇ ਨਾਲ ਹੀ ਤਾਂ ਕ੍ਰੈਡੀਬਿਲਿਟੀ ਖਰਾਬ ਹੁੰਦੀ ਹੈ। ਇਹ ਜਦੋਂ ਟਕਸਾਲੀ ਬਣਿਆ ਸੀ, ਮੇਰੇ ਯਾਦ ਹੈ ਸੇਖਵਾਂ ਸਾਹਿਬ ਇਹਨਾਂ ਨੇ ਤੇ ਉੱਥੇ ਅਕਾਲ ਤਖਤ ਸਾਹਿਬ ਤੇ ਸਹੁੰ ਖਾਧੀ ਸੀ। ਜੇ ਹੁਣ ਇਹ ਸਿਧਾਂਤਕ ਤੌਰ ਤੇ ਤਾਂ ਕੈਪਟਨ ਸਾਹਿਬ ਨੂੰ ਵੀ ਨਹੀਂ ਕਹਿ ਸਕਦੇ, ਉਹਨਾਂ ਨੇ ਤਾਂ ਗੁਟਕਾ ਸਾਹਿਬ ਹੱਥ ਕਰਕੇ ਇਹ ਅਕਾਲ ਤਖਤ ਸਾਹਿਬ ਜਾ ਕੇ ਸਹੁੰ ਖਾ ਕੇ ਆਏ ਸੀ। ਇਹ ਤਾਂ ਮੈਂ ਨਹੀਂ, ਤਾਂ ਹੀ ਵਿਸ਼ਵਾਸਯੋਗਤਾ 'ਚ ਫਰਕ ਪੈਂਦਾ। ਪਰ ਮੇਰਾ ਸਵਾਲ ਹੈ ਕਿ ਇਹ ਕੈਪਟਨ ਸਾਹਿਬ ਦੇ ਵੀ ਬਹੁਤ ਨੇੜਲੇ ਬੰਦੇ, ਚਾਹੇ ਸੋਢੀ ਸਾਹਿਬ ਹੋਣ, ਚਾਹੇ ਹੁਣ ਦੇਖਿਆ ਉਹ ਸਾਡੇ ਪਟਿਆਲੇ ਡਾਕਟਰ ਸਤਵੰਤ ਸਿੰਘ ਮੋਹੀ ਹੁਣ ਗਏ ਨੇ, ਉਹ ਵੀ ਕੈਪਟਨ ਸਾਹਿਬ ਦੇ ਚੇਲੇ ਨੇ। ਇਹ ਤੁਹਾਡੀ ਮਰਜ਼ੀ ਨਾਲ ਜਾ ਰਹੇ ਨੇ ਵੀ ਜਾਓ ਤੁਸੀਂ ਭਾਰਤੀ ਜਨਤਾ ਪਾਰਟੀ 'ਚ, ਜਾਂ ਉਹ ਆਪਦੀ ਮਰਜ਼ੀ ਨਾਲ ਜਾ ਰਹੇ ਨੇ? ਨਹੀਂ, ਜਿਹੜੇ ਤਾਂ ਦੇਖੋ ਨਤੜਕ ਸਿੰਘ ਬਰਾੜ ਨੇ, ਉਹਨਾਂ ਨੇ ਮੈਨੂੰ ਇਹ ਬਾਅਦ 'ਚ ਦੱਸਿਆ ਢੀਂਡਸਾ ਸਾਹਿਬ ਨੇ ਵੀ ਉਹਨਾਂ ਨੇ ਢੀਂਡਸਾ ਸਾਹਿਬ ਨਾਲ ਗੱਲ ਕੀਤੀ ਸੀ ਵੀ ਜੀ ਮੈਂ ਕੋਈ ਨੈਸ਼ਨਲ ਪਾਰਟੀ ਦੇ ਵਿੱਚ ਜਾਣਾ ਚਾਹੁੰਦਾ, ਮੈਂ ਇੱਕ ਨੈਸ਼ਨਲ ਲੈਵਲ 'ਤੇ ਆਰਗੇਨਾਈਜੇਸ਼ਨ 'ਚ ਕੰਮ ਕਰਨਾ ਚਾਹੁੰਦਾ, ਮੈਂ ਸਟੇਟ ਪੋਲੀਟਿਕਸ 'ਚ ਨਹੀਂ ਕਰਨਾ ਚਾਹੁੰਦਾ। ਤੇ ਉਹਨੇ ਇੱਛਾ ਜ਼ਾਹਰ ਕੀਤੀ ਸੀ। ਢੀਂਡਸਾ ਸਾਹਿਬ ਨੇ ਉਹਨੂੰ ਵਿਚਾਰਨ ਲਈ ਕਿਹਾ, ਜਦੋਂ ਉਹਨੇ ਕਿਹਾ ਨਹੀਂ ਜੀ ਮੇਰੀ ਇੱਛਾ ਹੈ ਮੈਂ ਜਾਵਾਂ, ਤਾਂ ਫਿਰ ਢੀਂਡਸਾ ਸਾਹਿਬ ਕਹਿੰਦੇ ਜੇ ਤੂੰ ਮਨ ਬਣਾਇਆ ਤਾਂ ਤੁਸੀਂ ਜਾ ਸਕਦੇ ਹੋ। ਤਾਂ ਉਹਨਾਂ ਨੇ ਮਤਲਬ ਇੱਕ ਟੈਕਟਿਕ ਜੀ ਉਹਨਾਂ ਨੇ ਜਾਣਕਾਰੀ ਦੇ ਕੇ ਉਹਨਾਂ ਤੋਂ ਸਹਿਮਤੀ ਲਈ। ਤੇ BJP ਨੇ ਵੀ ਉਹਨਾਂ ਨੂੰ ਕਿਹਾ ਸੀਗਾ ਵੀ ਢੀਂਡਸਾ ਸਾਹਿਬ ਦੀ ਜਦ ਤੱਕ ਹਾਂ ਨਹੀਂ ਹੋ ਸੀ ਨਹੀਂ ਅਲਾਉ ਕਰਾਂਗੇ। ਤੇ ਫਿਰ ਜੇ ਢੀਂਡਸਾ ਸਾਹਿਬ ਨੇ ਉਹਨੂੰ ਦੇਤੀ ਵੀ ਜੇ ਤੁਹਾਡੀ ਪਾਰਟੀ 'ਚ ਹੀ ਕੰਮ ਕਰਨਾ ਚਾਹੁੰਦਾ ਹੈ ਤੁਸੀਂ ਕਰ ਲਓ ਜੀ। ਇਹੀ ਗੱਲ ਜਿਹੜੀ ਤੁਸੀਂ ਕੀਤੀ, ਕੈਪਟਨ ਸਾਹਿਬ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਉਧਰ ਵੀ ਚਲੇ ਜਾਣ, ਇੱਕੋ ਹੀ ਗੱਲ ਹੈ। ਤੁਸੀਂ ਵੀ ਇਹ ਕਹਿੰਦੇ ਇੱਕੋ ਗੱਲ ਹੈ ਜੇ ਭਾਰਤੀ ਇੱਕੋ ਨਹੀਂ? ਦੇਖੋ ਮੈਂ ਇਹ ਕਹਿਣਾਗਾ ਵੀ ਉਹ ਕਹਿੰਦੇ ਮੈਂ ਨੈਸ਼ਨਲ ਪੋਲੀਟਿਕਸ ਦੇ ਵਿੱਚ ਆਰਗੇਨਾਈਜੇਸ਼ਨ 'ਚ ਕਰਨਾ ਚਾਹੁੰਦਾ, ਮੈਂ ਕਿਸੇ ਵੀ ਨੈਸ਼ਨਲ ਪਾਰਟੀ 'ਚ। ਉਹ ਕਹਿੰਦੇ ਦੋ ਹੀ ਹੈ, ਜਾਂ ਕਾਂਗਰਸ ਹੈ ਜਾਂ BJP ਹੈ, ਤੇ ਉਹ BJP ਜਾਣਾ ਚਾਹੁੰਦੇ ਸੀਗੇ। ਸੋ ਜਾਣ ਤਾਂ ਸਾਡੀ ਨੈਸ਼ਨਲ ਪਾਰਟੀ ਤਾਂ ਹੈ ਨਹੀਂ। ਸੋ ਇਸ ਲਈ ਉਹਨਾਂ ਦਾ ਇੱਕ ਆਪਦੀ ਸੈਪਰੇਟ ਵਿਜ਼ਨ ਸੀ ਕਿ ਕਰਨਾ ਚਾਹੁੰਦੇ ਸੀ ਜੋ
ਉਸ ਕਰਕੇ ਕੀਤਾ, ਕੋਈ ਇੱਕ ਗੱਲ ਵਾਲੀ ਕਰਕੇ ਨਹੀਂ ਜੀ। ਚਲੋ ਹੁਣ ਆਪਾਂ ਅੱਜ ਦੇ ਮੁੱਦੇ ਵੱਲ, ਜਿਹੜਾ ਸਾਡਾ ਏਜੰਡਾ 22 ਹੈ, ਬਹੁਤ ਸਿੰਪਲ ਸਵਾਲ ਹੈ ਤੁਹਾਨੂੰ ਕਿ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ, ਤੁਹਾਨੂੰ ਵੋਟਾਂ ਕਿਉਂ ਪਾਉਣ? ਦੇਖੋ, ਮੈਂ ਤਾਂ ਇਸ ਗੱਲ ਤੇ ਉਹ ਕਰ ਦਾਂਗਾ ਵੀ ਦੂਜੀਆਂ ਪਾਰਟੀਆਂ ਨੇ ਜਿਹੜੀਆਂ, ਤੁਸੀਂ ਸਾਰੀਆਂ ਦੀ ਗੱਲ ਕਰ ਲਓ, ਸਾਰਿਆਂ ਦਾ ਮੈਨੀਫੈਸਟੋ ਦੇਖੋ, ਕੋਰੇ ਝੂਠ ਤੋਂ ਬਿਨਾਂ ਕੁਝ ਵੀ ਨਹੀਂ ਹੈ। ਜਿਹੜੇ ਉਹਨਾਂ ਦੇ ਜੋ ਵਾਅਦੇ ਨੇ ਇੰਪਲੀਮੈਂਟੇਬਲ ਹੀ ਨਹੀਂ, ਨਾ ਹੀ ਸੂਬੇ ਕੋਲ ਸਾਧਨ ਨੇ ਤੇ ਨਾ ਹੀ ਜਿਹੜਾ ਇਸ ਤਰੀਕੇ ਦੀ, ਜੇ ਆਪਾਂ ਕੱਲੇ ਦੀ ਗੱਲ ਕਰੀਏ, ਨਵਜੋਤ ਸਿੱਧੂ, ਚੰਨੀ ਸਾਹਿਬ, ਸਾਰੇ ਪਹਿਲਾਂ ਦੋ ਹੀ ਲੈ ਲਓ, ਬਾਲੇ ਕਰਨ ਦੀ ਲੋੜ ਨਹੀਂ ਤੁਹਾਨੂੰ ਜੀ। ਇੱਕ ਤਾਂ 1000 ਰੁਪਏ ਆਮ ਆਦਮੀ ਨੇ ਕਿਹਾ ਵੀ ਅਸੀਂ ਹਰ ਔਰਤ ਨੂੰ ਦੇਵਾਂਗੇ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦੂਜਿਆਂ ਨੇ ਕਹਿਤਾ ਵੀ 2000 ਦੇਵਾਂਗੇ। ਠੀਕ ਹੈ ਜੀ। ਉਹ ਕੱਲਾ ਹੀ 12-15 ਹਜ਼ਾਰ ਕਰੋੜ ਰੁਪਇਆ ਮਿਨੀਮਮ, 1000 ਰੁਪਏ ਨਾਲ 12 ਤੋਂ 15 ਹਜ਼ਾਰ ਕਰੋੜ ਰੁਪਇਆ, ਤੇ 2000 ਦੇ ਨਾਲ ਡਬਲ ਕਰ ਲਓ, 25,000 ਕਰੋੜ ਰੁਪਇਆ। ਸੂਬੇ ਕੋਲ ਤਾਂ ਪੁਰਾਣੇ ਜਿਹੜੇ ਖਰਚੇ ਨਹੀਂ ਦਿੱਤੇ ਜਾ ਰਹੇ, ਪੁਰਾਣੀਆਂ ਪਿਛਲੀਆਂ ਸਬਸਿਡੀਆਂ ਜਿਹੜੀਆਂ ਨੇ ਬਿਜਲੀ ਬੋਰਡ ਦੀਆਂ, ਹਜੇ ਵੀ 8-9 ਹਜ਼ਾਰ ਕਰੋੜ ਰੁਪਇਆ ਦੇਣਾ ਪਿਆ, ਬਕਾਇਆ ਪਿਆ। ਬਿਜਲੀ ਬੋਰਡ ਅੱਜ ਬੰਦ ਹੋਣ ਕਿਨਾਰੇ ਆਇਆ ਖੜਾ ਹੈਗਾ। ਤੁਹਾਡੇ ਕੋਲ ਸਾਧਨ ਕਿੱਥੇ ਨੇ? ਫੇਰ ਕਹਿੰਦੇ ਜੀ 300 ਯੂਨਿਟ ਮਾਫ ਕਰਾਂਗੇ, ਦੂਜੇ ਕਹਿੰਦੇ 400 ਕਰਾਂਗੇ। 300 ਯੂਨਿਟ, ਸਾਡੇ ਪੰਜਾਬ ਦੇ ਵਿੱਚ 72 ਲੱਖ ਹਾਊਸ ਹੋਲਡ ਹੈ, ਹਰ ਹਾਊਸ ਹੋਲਡ ਦਾ 300 ਯੂਨਿਟ ਮਾਫ ਕਰੋਗੇ ਤਾਂ ਤੁਸੀਂ ਜਿਹੜਾ ਹੈ 18,000 ਕਰੋੜ ਰੁਪਇਆ ਤੁਹਾਨੂੰ ਚਾਹੀਦਾ ਸਾਲ ਦਾ। ਤੁਹਾਡੇ ਤੋਂ 6,000-7,000 ਕਰੋੜ ਰੁਪਇਆ ਖੇਤੀ ਦੀ ਬਿਜਲੀ ਤਾਂ ਅੱਜ ਨਹੀਂ ਦਿੱਤੀ ਜਾ ਰਹੀ, 18,000 ਕਰੋੜ ਕਿੱਥੋਂ ਦੇਵੋਗੇ? ਤੇ ਜੇ 400 ਹੋ ਗਿਆ ਤਾਂ 24,000 ਕਰੋੜ ਰੁਪਇਆ ਹੋ ਗਿਆ। ਸੋ ਇਹ ਸਾਰਾ ਕੁਝ ਨਿਰਾ, ਕਿਉਂਕਿ ਜਿਹੜਾ ਪੰਜਾਬ ਮਾਡਲ ਵੀ ਉਹ ਵੀ ਇਹੀ ਹੈ, ਜਿਹੜਾ 5,000 ਪ੍ਰਾਇਮਰੀ ਨੂੰ ਦੇਣਾ ਹੈ, 10,000। ਦੇਖੋ, ਕੋਈ ਵੀ, ਮੈਂ ਜੋ ਪੰਜਾਬ ਦੇ ਅੱਜ ਆਰਥਿਕ ਹਾਲਾਤ ਨੇ, ਜਿਹੜੀਆਂ ਮੈਂ ਇੱਕ ਗੱਲ ਕਹਿਣਾਗਾ ਵੀ ਵਿਦਆਊਟ ਸੈਂਟਰਲ ਸਪੋਰਟ ਪੰਜਾਬ ਨੂੰ ਸਰਵਾਈਵ ਕਰਨਾ ਇੰਪੋਸੀਬਲ ਹੈ। ਕਾਰਨ ਇਹ ਹੈ ਵੀ ਪਿਛਲੇ 5 ਸਾਲ ਕਿਵੇਂ ਨਿਕਲੇ। ਕਾਂਗਰਸ ਸਰਕਾਰ ਨੂੰ ਇੱਕ GST ਕੰਪਨਸੇਸ਼ਨ ਜਿਹੜੀ ਸੀ ਸਰਕਾਰ ਦੀ ਕਮਿਟਡ, ਸੈਂਟਰ ਦੀ ਕਮਿਟਮੈਂਟ ਸੀ ਵੀ ਅਸੀਂ 14% ਵਧਾ ਕੇ ਦੇਵਾਂਗੇ। ਇੱਕ ਤਾਂ ਉਹਦੇ ਤੇ ਬਚੇ ਆ ਪੰਜਾਬ, ਉਹ ਹੁਣ ਬੰਦ ਹੋ ਜਾਣੀ, ਉਹ ਜੂਨ ਚ ਬੰਦ ਹੋ ਜਾਣੀ ਹੈ। ਸਾਡਾ 10 ਤੋਂ 15 ਹਜ਼ਾਰ ਕਰੋੜ ਰੁਪਏ ਦੀ ਆਮਦਨ ਉਹਦੀ ਘਟ ਜਾਣੀ ਹੈ ਸਾਲ ਦੀ। ਦੂਸਰਾ, ਪਿਛਲੇ ਸਾਲ ਕੋਵਿਡ ਨੂੰ ਮੁੱਖ ਰੱਖ ਕੇ ਸਟੇਟਸ ਨੂੰ ਬੋਰਿੰਗ ਕੈਪੈਸਿਟੀ ਵਧਾਤੀ ਸੀ, 3% ਤੋਂ ਪਹਿਲਾਂ 5% ਕੀਤੀ ਪਿਛਲੇ ਸਾਲ, ਇਸ ਸਾਲ 4% ਕਰਤੀ। ਉਹਨੇ ਆਟੋਮੈਟਿਕਲੀ 3% ਆ ਜਾਣਾ, ਕਿਉਂਕਿ 3% ਤੋਂ ਵੱਧ ਜਿਹੜੀ ਹੈ ਫਾਈਨੈਂਸ ਕਮਿਸ਼ਨ ਅਲਾਉ ਨਹੀਂ ਕਰਦਾ, ਤੇ ਨਾ ਹੀ ਉਹ ਫੀਜ਼ੀਬਲ ਹੈ, ਕਿਉਂਕਿ ਸਾਡੀ ਡੈਟ ਹੀ ਇੰਨੀ ਵੱਧ ਜਾਣੀ ਹੈ। ਜੇ ਉਹ 3% ਆ ਗਿਆ, ਤੁਹਾਡੀ ਬੋਰਿੰਗ ਘਟ ਜਾਣੀ ਹੈ, ਤੁਹਾਡੇ ਕਮਿਟਡ ਐਕਸਪੈਂਡੀਚਰ ਓਨੇ ਨੇ, ਤੁਹਾਡੀ ਆਮਦਨ ਘਟ ਗਈ, ਤੇ ਤੁਸੀਂ ਕਿਵੇਂ ਸਰਵਾਈਵ ਕਰੋਗੇ? ਜਿਹੜੇ ਤੁਹਾਡੇ ਐਗਜ਼ਿਸਟਿੰਗ ਆ ਉਹ ਵੀ ਨਹੀਂ ਚੱਲ ਸਕਣਾ। ਸੋ ਇਸ ਲਈ ਇਹ ਸਾਰੀਆਂ ਗੱਲਾਂ ਉਹ ਸਭ ਨੂੰ ਪਤਾ ਹੈਗਾ ਵੀ ਅਸੀਂ ਜੋ ਕਰ ਰਹੇ ਹਾਂ ਅਸੀਂ ਝੂਠ ਬੋਲ ਰਹੇ ਹਾਂ, ਪਰ ਉਹਨਾਂ ਨੂੰ ਇਹ ਹੈ ਵੀ ਜਿਵੇਂ ਪਿਛਲੀ ਸਰਕਾਰ ਬਣ ਗਈ ਝੂਠ ਬੋਲ ਕੇ, ਆਪਾਂ ਵੀ ਉਹੀ ਰਸਤਾ ਅਪਣਾ ਲਓ ਤੇ ਲੋਕਾਂ ਨੂੰ ਇੱਕ ਵਾਰੀ ਵੋਟਾਂ ਲਓ, ਫਿਰ ਬਾਅਦ ਚ ਕਿਹਨੇ ਪੁੱਛਣਾ? ਇਹ ਲੋਕਾਂ ਨੂੰ ਨਹੀਂ ਪਤਾ। ਮਤਲਬ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਸਾਡੇ ਵੋਟਰ ਨੇ, ਉਹ ਦੇਖੋ, ਵੋਟਰ ਨੂੰ ਫਾਈਨੈਂਸਿਸ ਦੇ ਸਟੇਟ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ। ਉਹਨਾਂ ਨੂੰ ਸ਼ਾਇਦ ਇਹ ਹੋਵੇ ਵੀ ਇਹ ਤਾਂ ਜੀ ਕਰਜ਼ਾ ਲੈ ਕੇ ਦੇਣ, ਸਾਨੂੰ ਕੀ ਹੈ? ਪਰ ਕਰਜ਼ਾ ਵੀ ਤੁਸੀਂ ਆਪਦੀ ਮਰਜ਼ੀ ਦਾ ਨਹੀਂ ਲੈ ਸਕਦੇ ਵੀ ਜਿੰਨਾ ਮਰਜ਼ੀ ਕਰਜ਼ਾ ਲੈ ਲਓ। 3% ਆਫ GSDP ਤੋਂ ਬਾਅਦ ਕੋਈ ਸਟੇਟ ਬੋਰੋ ਨਹੀਂ ਕਰ ਸਕਦੀ। ਉਹ ਅਸੀਂ ਬੋਰੋ ਕਰਦੇ ਰਹੇ, ਉਸ ਤੋਂ ਬਾਅਦ ਬੋਰੋ ਕਰ ਹੀ ਨਹੀਂ ਸਕਦੇ। ਜੇ ਜਿੰਨੀ ਮਰਜ਼ੀ ਦਾ ਕਰਜ਼ਾ ਲੈ ਲਓ ਫਿਰ ਤਾਂ ਸੂਬਾ ਕੰਗਾਲ ਹੋ ਜੂ। ਅੱਛਾ, ਇਹ ਗੱਲ ਨਹੀਂ ਸਮਝ ਆਈ ਢੀਂਡਸਾ ਸਾਹਿਬ ਮੈਨੂੰ ਕਦੇ ਵੀ, ਜਦੋਂ ਵੀ ਜਿਹੜੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਨੇ, ਉਹਨਾਂ ਨੇ ਕਦੇ ਵੀ ਨਹੀਂ ਕਿਹਾ ਵੀ ਮੇਰਾ ਖਜ਼ਾਨਾ ਭਰਿਆ ਹੋਇਆ, ਤੇ ਪਰਮਿੰਦਰ ਸਿੰਘ ਢੀਂਡਸਾ ਨੇ ਕਦੇ ਵੀ ਨਹੀਂ ਕਿਹਾ ਮੇਰਾ ਖਾਲੀ ਹੈ। ਇਹ ਕੀ ਚੱਕਰ ਹੈ? ਦੇਖੋ, ਇਹ ਤਾਂ ਬੰਦੇ ਦੀ ਸੋਚ ਦੀ ਗੱਲ ਹੁੰਦੀ ਹੈਗੀ ਹੈ। ਦੇਖੋ, ਖਜ਼ਾਨਾ ਇਹ ਤਾਂ ਕੋਈ ਰਾਜੇ ਮਹਾਰਾਜਿਆਂ ਦੇ ਖਜ਼ਾਨੇ ਤਾਂ ਹੈ ਨਹੀਂ ਵੀ ਇਹ 'ਚ ਭਰੇ ਹੋਏ ਨੇ ਤਾਂ ਖਾਲੀ ਹੋਣਗੇ। ਇਹ ਤਾਂ ਰੋਜ਼ ਸਾਡੀਆਂ ਜੋ ਸਾਡੇ ਟੈਕਸਿਸ ਨੇ, ਜੋ ਅਸੀਂ ਬੋਰਿੰਗ ਕਰਦੇ ਹਾਂ, ਕੇਂਦਰ 'ਚੋਂ ਸਾਡੀ ਡੈਵੋਲਿਊਸ਼ਨ ਹੁੰਦੀ ਹੈ, ਉਹ ਪੈਸੇ ਨਾਲ ਸਾਨੂੰ ਖਜ਼ਾਨੇ 'ਚ ਆਉਂਦਾ, ਉਹਨਾਂ ਖਰਚ ਦਿੰਦੇ ਹਾਂ। ਨਾ ਅਸੀਂ ਉਸ ਤੋਂ ਵੱਧ ਖਰਚ ਸਕਦੇ ਹਾਂ, ਨਾ ਘੱਟ ਕਰ ਸਕਦੇ। ਜਿੰਨੀ ਸਾਡੀ ਨੈਕਸਟ ਈਅਰ ਦੀ ਅਪਰੋਕਸੀਮੇਟ ਬਜਟ ਕੀ ਹੁੰਦਾ ਵੀ ਇੰਨੀ ਕੁ ਆਮਦਨ ਸਾਡੇ ਕੋਲ ਆਏਗੀ, ਉਹਦੇ ਬੇਸ 'ਤੇ ਅਸੀਂ ਬਜਟ ਤਿਆਰ ਕਰਦੇ ਹਾਂ ਵੀ ਉਸ ਆਧਾਰ 'ਤੇ ਇੰਨਾ ਅਸੀਂ ਖਰਚਾ ਕਰ ਲਾਂਗੇ। ਸੋ ਨਾ ਖਜ਼ਾਨਾ ਕਦੇ ਭਰਿਆ ਨਾ ਖਾਲੀ ਹੈ। ਇਹ ਤਾਂ ਹੈ ਵੀ ਸਾਨੂੰ ਰਿਸੋਰਸ ਜਨਰੇਟ ਕਰਾਂਗੇ ਤਾਂ ਖਜ਼ਾਨੇ ਦੀ ਆਮਦਨ ਵੱਧ ਜੂਗੀ, ਜੇ ਕਿਤੇ ਆਮਦਨ ਘਟ ਗਈ ਤਾਂ ਸਾਡੇ ਕੋਲ ਸਾਰਾ ਕੁਝ ਬੰਦ ਹੋ ਜਾਊਗਾ। ਜੀ, ਇਹ ਤਾਂ ਮੈਂ ਫਿਰ ਪੁੱਛਦਾ ਕਿ ਜਾ ਕੇ ਰਿਸੋਰਸ ਕਿਵੇਂ ਜਨਰੇਟ ਕਰੋਗੇ ਜਾਂ ਤੁਹਾਡਾ ਕੀ ਵਿਜ਼ਨ ਹੈ। ਲੇਕਿਨ ਇਹ ਜਿਹੜਾ ਹੈ, ਕਿਉਂਕਿ ਦਰਸ਼ਕ ਇਹੀ ਜਾਣਨਾ, ਤੁਸੀਂ ਆਪ ਹੀ ਸਵਾਲ ਰੱਖਤਾ ਕਿ ਦਰਸ਼ਕਾਂ ਨੂੰ ਨਹੀਂ ਪਤਾ ਪੰਜਾਬ ਦੇ ਹਾਲਤ ਕੀ ਹੈ, ਤੇ ਮੈਂ ਇਹੀ ਜਾਣਨਾ ਚਾਹੁੰਦਾ ਨਾ ਅਸਲ, ਕਿਉਂਕਿ ਸਾਡੇ ਕੋਲ ਇਹ ਨਹੀਂ ਕਿ ਤੁਸੀਂ ਸਿਰਫ ਇੱਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਲੀਡਰ ਸਾਡੇ ਕੋਲ ਬੈਠੇ ਆ, ਅਸੀਂ ਤੁਹਾਨੂੰ ਫਾਈਨਾਂਸ ਮਿਨਿਸਟਰ ਦੇ ਤੌਰ ਤੇ ਵੀ
ਤੋਂ ਕੁਝ ਅਸੀਂ ਐਜੂਕੇਟ ਹੋਣਾ ਚਾਹੁੰਦੇ ਹਾਂ ਕਹਿ ਤਾਂ ਲਈਏ, ਬਿਲਕੁਲ। ਤੇ ਕੀ ਤੁਸੀਂ ਕਿਵੇਂ ਐਜੂਕੇਟ ਕਰੋਗੇ ਸਾਡੇ ਦਰਸ਼ਕਾਂ ਨੂੰ ਜੇ ਅਸੀਂ ਇਹ ਸਵਾਲ ਕਰੀਏ ਤੁਹਾਨੂੰ? ਦੇਖੋ, ਗੱਲ ਮੈਂ ਇਹ ਸਮਝਦਾ ਵੀ ਆ ਪਿਛਲੇ 5 ਸਾਲ ਦੇ ਵਿੱਚ ਪੰਜਾਬ ਦੀ ਜੋ ਆਰਥਿਕ ਹਾਲਾਤ ਨੇ ਉਹ ਬਹੁਤ ਗੰਭੀਰ ਹੋ ਗਏ ਨੇ। ਸਰਕਾਰ ਨੇ ਰੈਵਨਿਊ ਜਨਰੇਸ਼ਨ ਵੱਲ ਧਿਆਨ ਨਹੀਂ ਦਿੱਤਾ, ਕਿਉਂਕਿ ਕੇਂਦਰ ਨੇ ਸ਼ੋਰ ਕਰਤਾ ਸੀ ਰੈਵਨਿਊ। ਉਹਨੂੰ ਹੋ ਗਿਆ ਵੀ ਜੇ ਇੰਨੇ % ਸਾਨੂੰ ਵੱਧ ਕੇ ਆਈ ਜਾਣਾ, ਸਾਨੂੰ ਇਹਦੇ ਬਾਰੇ ਮਿਹਨਤ ਕਰਨ ਦੀ ਕੀ ਲੋੜ ਹੈ। ਉਹ ਰਿਸੋਰਸ ਗੈਪ ਪੈਦਾ ਹੋ ਗਿਆ। ਸਾਨੂੰ ਬੋਰਿੰਗ ਅਲਾਉ ਕਰਤੀ ਕੇਂਦਰ ਨੇ ਕੋਵਿਡ ਕਰਕੇ। ਸਾਨੂੰ ਹੋ ਗਿਆ ਵੀ ਜਿੰਨਾ ਮਰਜ਼ੀ ਕਰਜ਼ਾ, ਸਾਡਾ ਤਾਂ ਹੁਣ ਆਮਦਨ ਦੀ ਕੋਈ ਕਮੀ ਨਹੀਂ। ਤੇ ਆਹ ਜਿਹੜਾ ਖਾਸ ਤੌਰ ਤੇ ਇਹ ਇਸ ਸਾਲ ਹੈ, ਇਹਨਾਂ ਨੂੰ ਇਹ ਦੋਨੇ ਚੀਜ਼ਾਂ ਦਾ ਬੈਨੀਫਿਟ ਹੋਇਆ। ਹੁਣ ਕਹੀਆਂ ਦੇ ਵੀ ਅਸੀਂ ਜੋ ਮਰਜ਼ੀ ਐਲਾਨ ਕਰ ਦਿਓ, ਇਹ ਖਰਚੇ ਵਧਾਈ ਜਾਂਦੇ ਨੇ। ਪਰ ਇਹਦਾ ਅੱਗੇ ਸੋਲਿਊਸ਼ਨ ਮੈਂ ਤਾਂ ਦੇਖਦਾ ਪੰਜਾਬ ਦਾ ਆਉਣ ਵਾਲਾ ਸਮਾਂ ਬੜਾ ਹੀ ਫਾਈਨੈਂਸ਼ੀਅਲੀ ਤੌਰ ਤੇ ਪੰਜਾਬ ਦੀ ਸਰਕਾਰ ਦੇ ਜੋ ਹਾਲਾਤ ਨੇ ਉਹ ਬਹੁਤ ਹੀ ਗੰਭੀਰ ਤੇ ਚਿੰਤਾਜਨਕ ਨੇ। ਇਹ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਕੇਂਦਰ ਦੀ ਸਪੋਰਟ ਤੋਂ ਬਿਨਾਂ ਸਰਕਾਰ ਕੋਈ ਵੀ ਜਿਹੜੀ ਹੈ ਉਹ ਨਿਕਲ ਸਕਦੀ। ਕੇਂਦਰ ਵੀ ਇਹ ਨਹੀਂ, ਕੇਂਦਰ ਵੀ ਜਿਵੇਂ ਆਪਦੀ ਮਰਜ਼ੀ ਦੀ ਜਿਵੇਂ ਮਰਜ਼ੀ ਸਪੋਰਟ ਕਰਦੇ, ਕਿਉਂਕਿ ਉਹਨਾਂ ਦੀ ਵੀ ਬੰਦਿਸ਼ਾਂ ਹੁੰਦੀਆਂ। ਉਹ ਵੀ ਅਕੋਰਡਿੰਗ ਟੂ ਜਿਹੜੇ ਫਾਈਨੈਂਸ ਕਮਿਸ਼ਨ ਫਾਰਮੂਲਾਜ਼ ਨੇ ਜਾਂ ਜੋ ਉਹਨਾਂ ਦੀਆਂ ਸਕੀਮਜ਼ ਨੇ, ਉਹ ਡੈਵੋਲਿਊਸ਼ਨ ਸੂਬੇ ਦੀ ਪਾਪੂਲੇਸ਼ਨ, ਸੂਬੇ ਦੇ ਸਾਰੇ ਮਾਪਦੰਡਾਂ ਦੇ ਆਧਾਰ 'ਤੇ ਹੀ ਕਰ ਸਕਦੇ ਆ। ਪਰ ਕਈ ਚੀਜ਼ਾਂ ਹੁਣ ਜਿਵੇਂ ਕੋਈ ਕਰਜ਼ੇ ਨੇ, ਉਹਨਾਂ ਦਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਮਾਫ ਹੋ ਸਕਦੇ ਨੇ। ਜਿਵੇਂ 31,000 ਰੁਪਏ ਦੀ CCL ਦੀ ਗੱਲ ਚੱਲ ਰਹੀ ਹੈ, ਉਹ ਹਜੇ ਬੰਦ ਨਹੀਂ ਹੋਈ ਕੇਂਦਰ ਦੇ ਨਾਲ। ਉਹ 'ਚੋਂ ਕੁਛ ਨਾ ਕੁਛ ਸੈਟਲਮੈਂਟ ਹੋ ਸਕਦੀ ਹੈ, ਕੁਛ ਪੈਸਾ ਸਰਕਾਰ ਦਾ ਜਿਹੜਾ ਹੈ ਪੰਜਾਬ ਦਾ ਉਹਦੇ ਵਿੱਚੋਂ ਮਾਫ ਹੋ ਸਕਦਾ ਹੈ। ਸੋ ਪਰਸਿਊ ਕਰਕੇ ਕੇਂਦਰ ਦੇ ਕੋਲੇ ਕਾਫੀ ਕੁਛ ਹੋ ਸਕਦਾ ਹੈ। ਪਰ ਉਹਦੇ ਨਾਲ ਜਿਵੇਂ ਹੁਣ ਰੈਵਨਿਊ ਡੈਫਿਸਿਟ ਗ੍ਰਾਂਟ ਫਾਈਨੈਂਸ ਕਮਿਸ਼ਨ ਦੀ ਹੁੰਦੀ ਹੈ। ਜੇ ਤੁਹਾਡੇ ਕੇਂਦਰ ਨਾਲ ਚੰਗੇ ਰਿਲੇਸ਼ਨ ਨੇ ਤਾਂ ਤੁਹਾਨੂੰ ਰੈਵਨਿਊ ਡੈਫਿਸਿਟ ਗ੍ਰਾਂਟ ਕਿਸੇ ਫਾਈਨੈਂਸ ਕਮਿਸ਼ਨ ਦੇ ਅੰਡਰ ਜਿਹੜਾ ਹੈ ਤੁਹਾਨੂੰ ਥੋੜ੍ਹਾ ਜਿਹਾ ਰਿਆਇਤ ਹੋ ਜਾਂਦੀ ਹੈ। ਸੋ ਇਹ ਚੀਜ਼ਾਂ ਕੇਂਦਰ ਕਰ ਸਕਦੀ ਹੈ ਤੁਹਾਨੂੰ ਜੇ ਉਹ ਕਰੇ। ਪਰ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਦੇ ਨਾਲ ਵੀ ਐਡਾ ਸੌਖਾ ਨਹੀਂ ਹੈ। ਜੇ ਕੇਂਦਰ ਮਦਦ ਕਰੇਗੀ ਉਸ ਦੇ ਬਾਵਜੂਦ ਵੀ ਐਡਾ ਸੌਖਾ ਨਹੀਂ। ਇਹ ਪੰਜਾਬ ਦੇ ਹਾਲਾਤ ਪੈਦਾ ਹੋ ਗਏ। ਸਾਡੀ ਸਿਰਫ ਡੈਟ ਸਰਵਿਸਿੰਗ, ਕਰਜ਼ਾ ਜਿਹੜਾ ਅਸੀਂ ਸਾਲ ਦਾ ਮੋੜਨਾ ਹੈ ਤੇ ਇੱਕ ਵਿਆਜ ਹੈ, ਉਹੀ ਤਕਰੀਬਨ ਮੇਰਾ 30,000 ਕਰੋੜ ਰੁਪਏ ਪਹੁੰਚ ਗਿਆ। ਤੇ ਇਹ ਇੱਥੇ ਹੀ ਤੁਹਾਡੇ ਨਾਲ ਉਹ ਸਵਾਲ ਹੋ ਸਕਦਾ ਹੈ, ਜੇ ਲੋਕ ਪਰਮਿੰਦਰ ਸਿੰਘ ਢੀਂਡਸਾ ਜਾਂ ਤੁਹਾਡੀ ਪਾਰਟੀ ਨੂੰ ਵੋਟ ਦਿੰਦੇ ਨੇ, ਤੁਹਾਡੇ ਕੋਲ ਕੀ ਵਿਜ਼ਨ ਹੈ ਪੰਜਾਬ ਨੂੰ ਇਸ ਸਾਰੇ ਕਰਜ਼ੇ ਚੋਂ ਜਾਂ ਇਸ ਸੰਕਟ ਚੋਂ ਕੱਢਣ ਦਾ? ਦੇਖੋ, ਇੱਕ ਤਾਂ ਹੈਗੀ ਜਿਹੜੀ ਜਿੱਥੇ ਕੋਈ ਲੂਪ ਹੋਲਸ ਨੇ ਟੈਕਸ ਦੇ ਵਿੱਚ, ਉਹਨਾਂ ਨੂੰ ਐਡਰੈਸ ਕਰਨ ਦੀ ਲੋੜ ਹੈ, ਉਹਨਾਂ ਨੂੰ ਬੰਦ ਕਰਨ ਦੀ ਲੋੜ ਹੈ। ਚਾਹੇ ਸਾਡੀ ਕੋਈ ਸਾਰੀਆਂ ਪਾਰਟੀਆਂ ਜਿਵੇਂ ਕਹਿੰਦੀਆਂ ਜੀ ਸ਼ਰਾਬ ਤੋਂ ਅਸੀਂ ਰੈਵਨਿਊ ਵਧਾ ਦਾਂਗੇ, ਅਸੀਂ ਮਾਈਨਿੰਗ ਤੋਂ ਰੈਵਨਿਊ ਵਧਾਂਗੇ, ਵੱਧ ਸਕਦਾ। ਪਰ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਉਹਨੂੰ ਜਿਹੜਾ ਹੈ ਜਿਵੇਂ 20,000 ਕਰੋੜ ਕਹਿੰਦੇ ਨੇ ਜਾਂ 10,000 ਕਰੋੜ, ਇਹ ਸਾਰੀਆਂ ਹਾਈਪੋਥੈਟਿਕ ਗੱਲਾਂ ਨੇ। ਹਾਂ, ਇਹਦੇ ਵਿੱਚ ਘੱਟੋ ਘੱਟ ਜੋ ਤੁਸੀਂ ਜਿੰਨਾ ਵੀ ਤੁਸੀਂ ਸਿੰਸੀਅਰਟੀ ਦੇ ਨਾਲ ਕਰੋ ਤਾਂ ਮੈਂ ਇਹ ਸਮਝਦਾ ਵੀ ਦੁੱਗਣਾ ਤਿੱਗਣਾ ਹੋ ਸਕਦਾ, ਜਿਹੜਾ ਹੈ ਮਾਈਨਿੰਗ ਦਾ ਤਿੱਗਣਾ ਚੌਗਣਾ ਹੋ ਸਕਦਾ। ਤੇ ਜਿਹੜਾ ਸ਼ਰਾਬ ਦਾ ਉਹ 2-3 ਹਜ਼ਾਰ ਕਰੋੜ ਰੁਪਏ ਤੁਸੀਂ ਸਾਲ ਦਾ ਐਡੀਸ਼ਨਲ ਜਿਹੜਾ ਹੈ ਰੈਵਨਿਊ ਜਨਰੇਟ ਕਰ ਸਕਦੇ ਹੋ। ਇਸੇ ਤਰ੍ਹਾਂ ਬਾਕੀ ਤੁਹਾਨੂੰ ਕੇਂਦਰ ਦੇ ਨਾਲ ਟੇਕ ਅਪ ਕਰਕੇ ਤੁਹਾਨੂੰ ਕੋਈ ਸਟੇਟ ਸਪੈਸੀਫਿਕ ਗ੍ਰਾਂਟਸ ਕੋਈ ਹੋ ਜਾਣ, ਜਿਹਦੇ ਵਿੱਚ ਜਿਵੇਂ ਡਾਈਵਰਸੀਫਿਕੇਸ਼ਨ ਲਈ ਸਟੇਟ ਦੇ ਲਈ ਕੋਈ ਹੋਰ ਪੈਕੇਜ ਹੋ ਜਾਏ ਇੰਡਸਟਰੀ ਲਈ, ਜਿਹਦੇ ਨਾਲ ਜਿਵੇਂ ਜੰਮੂ ਕਸ਼ਮੀਰ ਪੈਟਰਨ ਹੈ, ਅਸੀਂ ਉਹ ਵੀ ਮੰਗ ਕਰਕੇ ਆਏ ਹਾਂ। ਉਸ ਪੈਟਰਨ ਤੇ ਜਿਹੜਾ ਸਾਨੂੰ ਕੋਈ ਪੈਕੇਜ ਮਿਲ ਜੇ। ਉਹ ਜਿਹੜੇ ਕੰਮ ਨੇ ਜਿਹੜੇ ਕੋਈ ਡਿਵੈਲਪਮੈਂਟ ਜਾਂ ਹੋਰ ਸਾਡੀਆਂ ਸਟੇਟ ਦੇ ਜਿਹੜੀਆਂ ਕਮਿਟਮੈਂਟਸ ਨੇ ਉਹ ਘਟ ਜਾਂਦੀਆਂ ਨੇ ਤੇ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੀ ਫੰਡਿੰਗ ਚੋਂ ਉਹਦੇ ਚੋਂ ਮਦਦ ਮਿਲ ਜਾਂਦੀ ਹੈ। ਸੋ ਐਸੀਆਂ ਕਾਫੀ ਚੀਜ਼ਾਂ ਨੇ ਤੁਸੀਂ ਕਰ ਸਕਦੇ ਹੋ। ਫਿਰ ਤੁਹਾਨੂੰ ਆਪਦੇ ਵੀ ਖਰਚੇ ਜਿਹੜੇ ਨੇ ਕੁਝ ਘਟਾਉਣੇ ਪੈਣਗੇ। ਸਾਹਿਬ, ਇੱਕ ਗੱਲ ਜਿਹੜੀ ਕਿ ਜੇ 5 ਜਨਵਰੀ ਨੂੰ PM ਸਾਹਿਬ ਨੂੰ ਮੌਕਾ ਮਿਲ ਜਾਂਦਾ ਰੈਲੀ ਨੂੰ ਐਡਰੈਸ ਕਰਨ ਦਾ ਜਾਂ ਪਹੁੰਚ ਜਾਂਦੇ, ਇਹ ਕੁਛ ਨਾ ਘਟਨਾ ਵਾਪਰਦੀ, ਤਾਂ ਜਿਵੇਂ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਉਦੋਂ ਬਾਅਦ ਤਾਂ ਅਖਬਾਰਾਂ 'ਚ ਵੀ ਆਈ ਹੈ ਤੇ ਮੇਰੇ ਸੋਰਸ ਨੇ ਮੈਨੂੰ ਕਿ ਤਕਰੀਬਨ 2 ਲੱਖ ਕਰੋੜ ਦੇ ਪ੍ਰੋਜੈਕਟ ਸੀ, ਜਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇੱਕ ਟੈਕਸ ਫ੍ਰੀ ਜ਼ੋਨ ਬਣਾਉਣਾ ਸੀ 5-4 ਜਿਹੜੇ ਬਾਰਡਰ ਡਿਸਟ੍ਰਿਕਟ ਨੇ ਉਹਨਾਂ ਦਾ। ਇਹ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਨੇ ਅਖਬਾਰਾਂ 'ਚ ਵੀ 25,000 ਕਰੋੜ ਦਾ ਕਰਜ਼ਾ ਜਿਹੜਾ ਪੁਰਾਣਾ ਪਿਆ ਸੀ ਉਹਦਾ ਵਿਆਜ ਮਾਫ ਕਰਨਾ ਸੀ ਅੱਤਵਾਦ ਵੇਲੇ ਦਾ, ਇਹੋ ਜਿਹੀਆਂ ਗੱਲਾਂ ਜਿਹੜੀਆਂ ਆ ਰਹੀਆਂ ਨੇ। ਇਹ ਜਿਹੜਾ ਜਦੋਂ ਤੁਸੀਂ ਉਹਨਾਂ ਨਾਲ ਚਾਹੇ ਕੈਪਟਨ ਸਾਹਿਬ ਜਾਂਦੇ ਨੇ, ਤੁਸੀਂ ਜਾਂਦੇ ਹੋ, ਕੋਈ ਇਸ ਇਸ਼ੂ ਤੇ ਪਹਿਲਾਂ ਗੱਲਾਂ ਹੋਈਆਂ ਵੀ ਪੰਜਾਬ ਨੂੰ ਆਪਾਂ ਬਚਾਉਣਾ, ਸਾਡੀ ਮਦਦ ਕਰੋਗੇ? ਦੇਖੋ, ਬਿਲਕੁਲ ਇਹ ਗੱਲ ਤੇ ਹੋਈਆਂ ਨੇ, ਉਹ ਵੀ ਇਸ ਗੱਲ ਨੂੰ ਸਮਝਦੇ ਨੇ। ਦੇਖੋ, ਪੰਜਾਬ ਇੱਕ ਬਹੁਤ ਸੈਂਸਿਟਿਵ ਸੂਬਾ ਹੈ।
ਮਿਨੋਰਿਟੀ ਤੇ ਹਮੇਸ਼ਾ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਦੀ ਬਾਹਰੋਂ ਜਿਹੜੀਆਂ ਦੇਸ਼ਾਂ ਦੀਆਂ ਵੀ ਕੋਸ਼ਿਸ਼ਾਂ ਰਹਿੰਦੀਆਂ ਵੀ ਇੱਥੇ ਮਾਹੌਲ ਖਰਾਬ ਕਰੀਏ। ਤੇ ਬੀਜੇਪੀ ਵੀ ਜਿਹੜੀ ਲੀਡਰਸ਼ਿਪ ਇਹ ਸਮਝਦੀ ਹੈ ਵੀ ਜੇ ਪੰਜਾਬ ਦੇ ਲੋਕ ਅਸੰਤੁਸ਼ਟ ਨੇ ਕਿਸੇ ਰੂਪ 'ਚ ਵੀ ਤਾਂ ਉਹ ਦੇਸ਼ ਵਾਸਤੇ ਘਾਤਕ ਸਿੱਧ ਹੋ ਸਕਦਾ ਹੈ। ਸੋ ਇਸ ਗੱਲ ਨੂੰ ਉਹਨਾਂ ਦੇ ਮਨ 'ਚ ਹੈਗਾ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਦੇਖੋ ਮੈਂ ਸਮਝਦਾ ਮੋਦੀ ਜੀ ਨੇ ਜਿਹੜੇ ਵਾਪਸ ਲਿਆ ਕਾਨੂੰਨ, ਇਹ ਵੀ ਇਸੇ ਸੋਚ ਕਰਕੇ ਲਏ ਨੇ ਵੀ ਨਹੀਂ ਜਿਹੇ ਜਿਹਾ ਆਮ ਲੋਕ ਸੋਚਦੇ, ਕੋਈ ਸੋਚਦੇ ਨਹੀਂ ਸੀ ਵੀ ਮੋਦੀ ਜੀ ਵਾਪਸ ਲੈ ਲੈਣਗੇ। ਦੱਸੋ ਕੋਈ ਸੋਚਦਾ ਸੀਗਾ ਵੀ ਇਸ ਰੂਪ 'ਚ ਵੀ ਬਿਲਕੁਲ ਹੀ ਵਾਪਸ ਲੈ ਲੈਣਗੇ? ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਹੈ ਵੀ ਅਸੀਂ ਪੰਜਾਬ ਨੂੰ ਖੁਸ਼ ਰੱਖਣਾ ਹੈ, ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਬਣੀ ਰਹੇ, ਪੰਜਾਬ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ। ਤੇ ਉਸ ਚੀਜ਼ ਨੂੰ ਲੈ ਕੇ ਹੀ ਸਾਨੂੰ ਇਹ ਸੀਗਾ ਆਸ ਜਦ ਗੱਲਾਂ ਹੋਈਆਂ ਵੀ ਪ੍ਰਧਾਨ ਮੰਤਰੀ ਜੀ ਵਧੀਆ ਐਲਾਨ ਪੰਜਾਬ ਵਾਸਤੇ, ਕੁਛ ਤਾਂ 40-45 ਹਜ਼ਾਰ ਕਰੋੜ ਦੇ ਤਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣੇ ਸੀ, ਉਦਘਾਟਨ ਨਹੀਂ ਕਰਨੇ ਸੀ। ਬਾਕੀ ਡਾਇਵਰਸੀਫਿਕੇਸ਼ਨ ਲਈ, ਕਿਸਾਨਾਂ ਲਈ, ਹੋਰ ਲਈ ਉਹ ਸਾਰਾ ਕੁਝ ਵਿੱਚ ਸੀਗਾ ਇਹਦਾ। ਤੇ ਚਲੋ ਬੜੀ ਮਾੜੀ ਗੱਲ ਹੋਈ ਜੋ ਕੁਝ ਹੋਇਆ। ਹੁਣ ਤੁਸੀਂ ਉਸ ਤੋਂ ਬਾਅਦ ਮਿਲ ਕੇ ਆਏ ਹੋ, ਤੁਹਾਨੂੰ ਲੱਗਦਾ ਕਿ ਉਹ ਸਭ ਤੋਂ ਪਾਣੀ ਫਿਰ ਗਿਆ? ਨਹੀਂ, ਦੇਖੋ ਮੈਂ ਨਹੀਂ ਸਮਝਦਾ ਪਾਣੀ ਫਿਰ ਗਿਆ। ਹਾਂ, ਉਹ ਕਿਉਂਕਿ 2-3 ਦਿਨ ਬਾਅਦ ਹੀ ਕੋਡ ਲੱਗ ਗਿਆ, ਉਹ ਜਿਹੜੀ ਨੈਕਸਟ ਸਟੈਪ ਉਹ ਐਲਾਨ ਨਹੀਂ ਹੋ ਸਕੇ। ਪਰ ਅਸੀਂ ਕੋਸ਼ਿਸ਼ ਕਰਾਂਗੇ ਉਹ ਸਾਰੀ ਚੀਜ਼ਾਂ ਨੂੰ ਮੈਨੀਫੈਸਟੋ ਦੇ ਵਿੱਚ ਪਾ ਕੇ ਜਿਹੜਾ ਉਸ ਨੂੰ ਲਾਗੂ ਕਰਵਾਈਏ। ਸਾਡੀ ਤਾਂ ਕੋਸ਼ਿਸ਼ ਇਹ ਹੋਏਗੀ ਵੀ ਇਰਰਿਸਪੈਕਟਿਵ ਸਰਕਾਰ ਤੋਂ ਵੀ ਅਸੀਂ ਪੰਜਾਬ ਦਾ ਕੁਛ ਨਾ ਕੁਛ ਲੈ ਕੇ ਆਈਏ, ਕੇਂਦਰ ਤੋਂ ਕੋਈ ਫਾਇਦਾ ਕਰਾਈਏ, ਤਾਂ ਹੀ ਪੰਜਾਬ ਜਿਹੜਾ ਹੈ ਅਸੀਂ ਬਚਾ ਸਕਦੇ ਹਾਂ। ਨਹੀਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਤੋਂ ਜਿਹੜਾ ਹੈ ਬੜੇ ਕੋਈ ਬਾਲੇ ਵਧੀਆ ਸਾਨੂੰ ਨਹੀਂ ਲੱਗਦੇ। ਕੀ ਲੱਗਦਾ ਕੀ ਹੈ, ਤੁਸੀਂ ਕੁਛ ਤਾਂ ਚਲੋ ਮੰਨ ਲਓ ਹੁਣ ਕੋਡ ਲੱਗ ਗਿਆ, ਪਰ ਕੁਛ ਸੰਕੇਤ ਤੁਸੀਂ ਦੇ ਰਹੇ ਹੋ ਜਾਂ ਤੁਸੀਂ ਆਪਦੇ ਮੈਨੀਫੈਸਟੋ 'ਚ ਦਿਓਗੇ ਤੇ ਕਿਸਾਨ ਤੁਹਾਡੇ ਨਾਲ ਚੱਲਣਗੇ? ਇਹ ਕਿਉਂਕਿ ਇਹ ਸਾਰੀ ਨਵੀਂ ਤਾਜ਼ੀ ਹੋ ਕੇ ਹਟੀ ਹੈ, ਇਸ ਕਰਕੇ ਥੋੜ੍ਹਾ ਜਿਵੇਂ ਕਹਿੰਦੇ ਅੱਲੇ ਜ਼ਖਮ ਹੁੰਦੇ ਨੇ, ਹੌਲੀ ਹੌਲੀ ਭਰਦੇ ਨੇ। ਜੇ ਕਿਤੇ 6 ਮਹੀਨੇ ਦਾ ਸਮਾਂ ਪਿਆ ਹੁੰਦਾ ਤਾਂ ਸ਼ਾਇਦ ਹਾਲਾਤ ਕੁਛ ਹੋਰ ਹੁੰਦੇ। ਪਰ ਹੁਣ ਵੀ ਅਸੀਂ ਕਨਵਿੰਸ ਕਰਾਂਗੇ ਲੋਕਾਂ ਨੂੰ, ਲੋਕਾਂ ਵਿੱਚ ਜਾਵਾਂਗੇ ਵੀ ਆਪਣਾ ਜਿਹੜਾ ਹੈ ਫਾਇਦਾ ਕਿਸ ਚੀਜ਼ 'ਚ ਹੈ। ਠੀਕ ਹੈ ਜੋ ਹੋਇਆ, ਪਰ ਸਾਨੂੰ ਉਸ ਚੀਜ਼ ਨੂੰ ਰੱਖ ਕੇ ਅਸੀਂ ਸਦਾ ਲਈ ਤਾਂ ਚੱਲ ਨਹੀਂ ਸਕਦੇ ਉਹ ਗੱਲਾਂ ਨੂੰ। ਸਾਨੂੰ ਕਿਤੇ ਨਾ ਕਿਤੇ, ਦੇਖੋ ਮੈਂ ਹੈਰਾਨ ਹੁੰਦਾ, ਕਾਂਗਰਸ ਨੇ ਤਾਂ ਕਿੱਡੇ ਵੱਡੇ ਵੱਡੇ ਪੰਜਾਬ ਨੂੰ ਜ਼ਖਮ ਦਿੱਤੇ ਨੇ, ਬੀਜੇਪੀ ਨੇ ਤਾਂ ਉਹਨਾਂ ਨੇ ਤਾਂ ਕਰਕੇ ਇਹ ਗਲਤੀ ਵੀ ਮੰਨ ਲਈ ਨਾਲ ਦੀ ਨਾਲ ਪ੍ਰਧਾਨ ਮੰਤਰੀ ਨੇ ਵੀ ਯਾਰ ਅਸੀਂ ਉਹ ਕੀਤਾ ਹੈਗਾ। ਤੇ ਉਹਨਾਂ ਨੇ ਤਾਂ ਸਿੱਧੀਆਂ ਗੋਲੀਆਂ ਚਲਾਈਆਂ, ਕਿੰਨੇ ਲੋਕ ਮਾਰੇ, ਤੇ ਸਾਡੇ ਗੁਰੂ ਧਾਮਾਂ ਦਾ ਕੀ ਉਹ ਕੀਤਾ ਹੈਗਾ। ਤੇ ਬੀਜੇਪੀ ਨੂੰ ਤਾਂ ਮਤਲਬ ਮੈਂ ਸਮਝਦਾ ਜਿੰਨਾ ਉਸ ਤੋਂ ਵੱਧ ਜਿਹੜਾ ਹੈ ਜ਼ਿਆਦਾ ਉਹ MSP ਤੇ ਕੋਈ ਗੱਲ ਹੋਈ ਤੁਹਾਡੀ MSP ਦੀ ਗਰੰਟੀ ਦੇਣ ਬਾਰੇ, ਜਿਹਦਾ ਮੇਨ ਪੇਚਾ ਫਸਿਆ ਹੋਇਆ? ਦੇਖੋ ਉਹਨਾਂ ਨੇ ਇੱਕ ਕਮੇਟੀ ਬਿਠਾਈ ਹੈ, ਉਹ ਕਰਨਗੇ। ਉਹ ਕਹਿੰਦੇ ਵੀ ਅਸੀਂ ਇਹਦੇ ਵਿੱਚ ਹੁਣ ਕਿਸਾਨਾਂ ਦੀ ਕਮੇਟੀ ਬਿਠਾਤੀ, ਉਹ ਸੌਟ ਆਊਟ ਕਰਨ ਦਿਓ, ਜਦੋਂ ਜੇ ਕੋਈ ਨਾ ਸਿੱਟਾ ਲੱਗਿਆ ਫਿਰ ਆਪਾਂ ਉਹ ਦੇਖਦੇ ਹਾਂ। ਸੋ ਉਹਨਾਂ ਨੇ ਹਜੇ ਉਸ ਕਮੇਟੀ ਤੇ ਜ਼ਿਆਦਾ ਦਾਰੋਮਦਾਰ ਛੱਡਿਆ MSP ਵਾਲਾ। ਪਰ ਅਸੀਂ ਉਹਨਾਂ ਦੇ ਨਾਲ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੀ ਗੱਲ, ਕਰਜ਼ਾ ਮਾਫ ਕਰਨ ਦੀ ਗੱਲ, ਕਿਸਾਨੀ ਕਰਜ਼ਾ, ਉਹਦੇ ਬਾਰੇ ਅਸੀਂ ਗੱਲ ਕੀਤੀ ਹੈ ਤੇ ਉਹ ਵਿਚਾਰ ਰਹੇ ਨੇ ਇਸ ਚੀਜ਼ਾਂ ਨੂੰ ਸਾਰੀਆਂ। ਇੱਕ ਹੋਰ ਇਸ਼ੂ ਜਿਹੜਾ ਕਾਫੀ ਅਹਿਮ ਹੈ ਪੰਜਾਬੀਆਂ ਲਈ, ਖਾਸ ਤੌਰ ਤੇ ਸਿੱਖਾਂ ਲਈ, ਜਦੋਂ ਇਹ ਗੱਲ ਸ਼ੁਰੂ ਹੋਈ ਨਾ ਤੁਹਾਡੇ ਅਕਾਲੀ ਦਲ ਤੋਂ ਜਿਹੜੀ ਵੱਖ ਹੋਣ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਦੀ, ਉਸ ਵੇਲੇ ਮੇਰੀ ਗੱਲ ਹੋਈ ਤੇ ਉਦੋਂ ਜ਼ਿਆਦਾ ਜ਼ੋਰ ਤੁਸੀਂ ਦਿੰਦੇ ਸੀ ਕਿ ਇਹ ਪਾਰਟੀ ਗੁਰਦੁਆਰਾ ਸੁਧਾਰ ਦੀ ਗੱਲ ਕਰੂਗੀ। ਤੇ ਹੁਣ ਇੰਨਾ ਚਿਰ ਹੋ ਗਿਆ, ਨਾ ਕੋਈ ਇਲੈਕਸ਼ਨ ਦੀ ਗੱਲ, ਨਾ ਕੋਈ ਗੁਰਦੁਆਰੇ ਦੇ ਵਿੱਚ ਕੋਈ ਸੁਧਾਰ ਦੀ ਗੱਲ। ਨਹੀਂ, ਅਸੀਂ ਗੁਰਦੁਆਰਾ ਸੁਧਾਰ ਦੀ ਗੱਲ ਕਰਦੇ ਹਾਂ। ਅਸੀਂ ਇੱਕ ਜਿਹੜਾ ਹੈ ਫਰੰਟ ਵੀ ਢੀਂਡ ਸਾਹਿਬ ਨੇ ਉਦਮ ਕਰਕੇ ਬਣਾਇਆ ਸੀ, ਜਿਹਦੇ ਵਿੱਚ ਸਰਦਾਰ ਰਵਿੰਦਰ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਰੇ ਇਕੱਠੇ ਹੋਏ ਸੀ। ਤੇ ਇਹਨਾਂ ਨੇ ਜਿਹੜਾ ਹੈ ਸਿੱਖ ਜੋ ਸੰਸਥਾਵਾਂ ਨੇ ਉਹਨਾਂ ਵਿੱਚ ਸੁਧਾਰ ਲਿਆਉਣ ਦਾ ਜਿਹੜਾ ਇੱਕ ਤਹੀਆ ਕੀਤਾ ਸੀ ਉੱਥੇ। ਤੇ ਉਹ ਸਾਡਾ ਏਜੰਡਾ ਹੈ। ਪਰ ਕਿਉਂਕਿ ਦੇਖੋ ਕਈ ਚੀਜ਼ਾਂ ਵਿੱਚ ਹੋ ਗਈਆਂ, ਖਾਸ ਤੌਰ ਤੇ ਕਰੋਨਾ ਆ ਗਿਆ, ਕਿਸਾਨੀ ਸੰਘਰਸ਼ ਆ ਗਿਆ। ਕਿਸਾਨੀ ਸੰਘਰਸ਼ ਤਾਂ ਸਾਰੀਆਂ ਚੀਜ਼ਾਂ ਤੋਂ ਅਹਿਮ ਸੀਗਾ। ਸੋ ਜੇ ਅਸੀਂ ਉਹਦੇ ਪੈਰਲਲ ਕੋਈ ਚੀਜ਼ ਚੱਲਦੀ ਤਾਂ ਉਹਦੇ ਨਾਲ ਇੱਕ ਨੈਗੇਟਿਵ ਇੰਪੈਕਟ ਜਾਣਾ ਸੀ। ਕਿਸਾਨੀ ਸੰਘਰਸ਼ ਤੋਂ ਬਾਅਦ ਹੁਣ ਇਲੈਕਸ਼ਨ ਦਾ ਆ ਗਿਆ। ਸਾਡੀ ਤਾਂ ਬੜੀ ਕੋਸ਼ਿਸ਼ ਕਿੰਨੇ ਚਿਰ ਤੋਂ ਸੀਗੀ, ਅਸੀਂ ਕੇਂਦਰ ਨੂੰ ਵੀ ਕਿਹਾ ਵੀ ਜਲਦੀ ਤੋਂ ਜਲਦੀ SGPC ਦੀਆਂ ਚੋਣਾਂ ਕਰਾਈਆਂ ਜਾਣ।
ਉਹਦੇ ਨਾਲ ਹੀ ਜਿਹੜਾ ਹੈ ਕੁਛ ਨਾ ਕੁਛ ਚਲੋ ਸੁਧਾਰ ਦੀ ਗੱਲ ਇੱਕ ਲੋਕਾਂ ਦੇ ਵਿੱਚ ਤੁਰੇਗੀ, ਕਿਉਂਕਿ ਇਹ ਇੱਕ ਏਜੰਡਾ ਬਣ ਜਾਏਗਾ। ਫਿਰ ਚੋਣਾਂ ਦਾ ਇੱਕ ਏਜੰਡਾ ਪੰਜਾਬ ਦੇ ਵਿੱਚ, ਜਿਵੇਂ ਅੱਜ ਪੰਜਾਬ ਦੇ ਵੱਖ-ਵੱਖ ਜਿਵੇਂ ਸਿਆਸੀ ਚੋਣਾਂ ਦੇ ਏਜੰਡੇ ਨੇ, ਮੈਂ ਸਮਝਦਾ ਇੱਕ ਸਾਡੀਆਂ ਗੁਰਦੁਆਰਾ ਜੋ ਮੈਨੇਜਮੈਂਟ ਹੈ ਉਹਦੇ ਸੁਧਾਰ ਦੀ ਗੱਲ ਅਗਲੀਆਂ ਚੋਣਾਂ ਦੇ ਵਿੱਚ SGPC ਚੋਣਾਂ 'ਚ ਏਜੰਡਾ ਹੋਏਗੀ। ਸੋ ਉਹ ਸਾਡੀ ਕੋਸ਼ਿਸ਼ ਸੀ। ਚਲੋ ਕੀ ਕਾਰਨ ਹੋਇਆ ਕੀ ਨਹੀਂ ਹੋਇਆ ਮੈਂ ਉਹ 'ਚ ਨਹੀਂ ਜਾਣਾ ਚਾਹੁੰਦਾ, ਪਰ ਉਹ ਹਜੇ ਨਹੀਂ ਕੋਈ ਕੋਈ ਨਜ਼ਰ ਨਹੀਂ ਆਉਂਦਾ ਨਾ, ਕੋਈ ਲੀਗਲ ਇਸ਼ੂ ਤਾਂ ਕੋਈ ਐਸਾ ਹੈ ਨਹੀਂ। ਹੁਣ ਟਾਈਮ ਵੀ ਹੋ ਗਿਆ, 16 ਤੱਕ ਸੀ। 16 ਦੇਖੋ ਅਸੀਂ ਤਾਂ ਕਿੰਨੀ ਦੇਰ ਦੇ ਜ਼ੋਰ ਲਾ ਰਹੇ। ਹਾਲਾਂਕਿ ਕਮਿਸ਼ਨ ਦੇ ਚੇਅਰਮੈਨ ਵੀ ਬਣਾ ਦਿੱਤੇ ਗਏ ਸੀ। ਕਾਫੀ ਦੇਰ ਤੱਕ ਕਾਂਗਰਸ ਸਰਕਾਰ ਨੇ ਉਹਨੂੰ ਜਗ੍ਹਾ ਹੀ ਨਹੀਂ ਦਿੱਤੀ। ਉਦੋਂ ਤਕਰੀਬਨ 8-9 ਮਹੀਨੇ ਤਾਂ ਉਹਨਾਂ ਨੂੰ ਆਪਦਾ ਦਫ਼ਤਰ ਹੀ ਨਹੀਂ ਮਿਲਿਆ। ਜੇ ਦਫ਼ਤਰ ਚੇਅਰਮੈਨ ਨੂੰ ਮਿਲੂਗਾ ਤਾਂ ਹੀ ਉੱਥੇ ਕੋਈ ਕੰਮ ਸ਼ੁਰੂ ਕਰੂਗਾ। ਚਲੋ ਆਪਾਂ ਇਹਨੂੰ ਥੋੜਾ ਜਿਹਾ ਹੋਰ, ਜਿਹੜੀ ਤੁਸੀਂ ਕਾਂਗਰਸ ਸਰਕਾਰ ਦੀ ਗੱਲ ਕੀਤੀ ਹੈ, ਇੱਕ ਇਸ਼ੂ ਜਿਹੜਾ ਵੈਸੇ ਉਹਦੇ ਨਾਲ ਜੁੜਦਾ ਇੱਕ ਇਸ਼ੂ ਹੈ, ਮੈਂ ਨੋਟ ਕਰ ਰਿਹਾ ਸੀ, ਨਾ ਤੁਹਾਡੀ ਪਾਰਟੀ ਦੀ ਕਿਤੇ ਸਟੇਟਮੈਂਟ ਮੈਂ ਦੇਖੀ, ਜਦੋਂ 2 ਜਨਵਰੀ ਨੂੰ ਬੇਅਦਬੀ ਦੇ ਮਾਮਲੇ 'ਚ ਦਰਬਾਰ ਸਾਹਿਬ ਦੇ ਮੰਜੀ ਹਾਲ ਦੇ ਵਿੱਚ ਇਕੱਠ ਹੋਇਆ ਤੇ ਉੱਥੇ ਜਿਸ ਤਰ੍ਹਾਂ ਦੀਆਂ ਸਿਆਸੀ ਤਕਰੀਰਾਂ ਹੋਈਆਂ, ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਗੱਲ ਕੀਤੀ ਗਈ, ਜਿਸ ਤਰੀਕੇ ਨਾਲ ਇਹ ਕਿਹਾ ਗਿਆ ਜੀ ਇਹ ਕੋਈ ਗੱਲ ਨਹੀਂ, ਸਾਡਾ ਧਰਮ ਤੇ ਰਾਜਨੀਤੀ ਇੱਕ ਹੈ, ਉੱਥੇ ਤੁਹਾਡਾ ਬੋਲਣਾ ਬਣਦਾ ਸੀ ਢੀਂਡਸਾ ਸਾਹਿਬ। ਕਿਸੇ ਨੇ ਅਸੀਂ ਬੇਅਦਬੀ ਤੇ ਬੋਲੇ, ਢੀਂਡਸਾ ਸਾਹਿਬ ਨੇ ਪਹਿਲੇ ਦਿਨ ਹੀ ਜਦ ਬੇਅਦਬੀ ਨਹੀਂ, ਮੈਂ ਉਹ ਜਿਹੜੇ ਸਿਆਸੀ ਤਕਰੀਰਾਂ ਜੇ ਗੁਰਦੁਆਰੇ ਉਹ ਵੀ ਦਰਬਾਰ ਸਾਹਿਬ ਮੈਂ ਸਟੇਟਮੈਂਟ ਦਿੱਤੀ ਸੀ, ਉੱਥੇ ਵੀ ਮੈਂ ਇਹ ਗੱਲ ਦੀ ਸਟੇਟਮੈਂਟ ਦਿੱਤੀ ਸੀ ਵੀ ਅੱਜ ਇਹ ਬੇਅਦਬੀ ਦਾ ਦੇ ਜਿਹੜਾ ਹੈ ਖਿਲਾਫ ਜੋ ਯਤਨ ਹੋਇਆ, ਇਹਨਾਂ ਨੇ ਅੱਜ ਇੱਥੇ ਦਿਵਸ ਮਨਾ ਰਹੇ ਨੇ ਅਕਾਲੀ ਦਲ। ਕੀ ਇਹ ਬੇਅਦਬੀ ਤੇ ਸਿਆਸਤ ਨਹੀਂ? ਹਾਲਾਂਕਿ ਦੋਸ਼ੀ ਫੜਿਆ ਵੀ ਗਿਆ, ਉਹਨੂੰ ਸਜ਼ਾ ਵੀ ਹੋਗੀ। ਚਲੋ ਸਜ਼ਾ ਹੋਗੀ ਮਤਲਬ ਦੇਤੀ ਸੰਗਤ ਨੇ। ਆਪ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਵੀ ਜਿਹੜਾ ਬੇਅਦਬੀ ਦੇ ਮੁੱਦੇ ਤੇ ਸਿਆਸਤ ਕਰੇ ਉਹਦਾ ਕੱਖ ਨਾ ਰਹੇ। ਹੁਣ ਆਪ ਸਿਆਸਤ ਕਰ ਰਹੇ ਨੇ ਬੇਅਦਬੀ ਦੇ ਮੁੱਦੇ ਤੇ। ਮਤਲਬ ਉਹਨਾਂ ਨੂੰ, ਜੇ ਤਾਂ ਉਹਨਾਂ ਨੂੰ ਕੋਈ ਟਾਰਗੇਟ ਕਰਦਾ ਹੈ ਫਿਰ ਤਾਂ ਬੇਅਦਬੀ ਦਾ ਮੁੱਦਾ ਜਿਹੜਾ ਹੈ ਉਹ ਪੰਥ ਵਿਰੋਧੀ ਨੇ ਉਹ ਤਾਕਤਾਂ, ਤੇ ਹੁਣ ਜਦ ਆਪ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਿਆਸਤ ਕਰ ਰਹੇ ਨੇ, ਹੁਣ ਉਹ ਪੰਥ ਤੈਸ਼ੀ ਹੋ ਗਏ। ਇਹ ਸਟੇਟਮੈਂਟ ਮੈਂ ਦਿੱਤੀ ਹੈ। ਹਾਂ ਨਹੀਂ, ਉਦੋਂ ਤਾਂ ਬਹੁਤ ਸਾਰੀਆਂ ਗੱਲਾਂ ਹੋਈਆਂ, ਕਿਉਂਕਿ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਦਿਨ ਤੁਹਾਡੇ ਦਲ ਚੋਂ ਨਿਕਲ ਕੇ ਬ੍ਰਹਮਪੁਰਾ ਸਾਹਿਬ ਉੱਧਰ ਗਏ, ਸ਼ਾਇਦ 28 ਦਸੰਬਰ ਸੀ, ਉਸ ਦਿਨ ਕੋਰ ਕਮੇਟੀ ਦੀ ਮੀਟਿੰਗ 'ਚ ਐਲਾਨ ਤਾਂ ਵੱਡੇ ਬਾਦਲ ਸਾਹਿਬ ਨੇ ਕੀਤਾ ਸੀ ਤੇ ਬਾਅਦ 'ਚ ਕਿਹਾ ਗਿਆ ਕਿ ਜਥੇਦਾਰ ਸਾਹਿਬ ਨੇ ਜਿਹੜੀ ਹੈ ਮੀਟਿੰਗ ਬੁਲਾਈ ਹੈ। ਬਹੁਤ ਸਾਰੀਆਂ ਗੱਲਾਂ ਸੀ। ਚਲੋ ਆਪਾਂ ਹੁਣ ਫਿਰ ਉੱਧਰ ਹੀ ਆਉਣੇ ਆ ਕਿ ਕਿਉਂਕਿ ਲਾਸਟ ਲੈਗ ਵੱਲ ਆਪਾਂ ਵੱਧ ਰਹੇ ਹਾਂ ਇਸ ਗੱਲ 'ਚ। ਢੀਂਡਸਾ ਸਾਹਿਬ, ਹਾਲੇ ਮੈਨੀਫੈਸਟੋ ਤੁਸੀਂ ਬਣਾਉਣਾ ਹੈ ਔਰ ਤੁਸੀਂ ਇੱਕ ਕਿਸਮ ਦੇ ਜੂਨੀਅਰ ਪਾਰਟਨਰ ਹੋ ਇਸ ਅਲਾਇੰਸ ਦੇ। ਇਹ ਦੇ ਵਿੱਚ ਤੁਹਾਡਾ ਆਪਣਾ ਇੱਕ ਵੱਖਰਾ ਇੱਕ ਸਟੈਂਡ, ਹਰ ਇੱਕ ਜਿੰਨਾ ਮਰਜ਼ੀ ਹੋਵੇ, ਜਿਵੇਂ ਇਹਨਾਂ ਦੇ ਚੱਲਿਆ, ਤੁਹਾਡਾ ਵੀ ਤਾਂ ਇੱਕ ਸਟੈਂਡ ਹੋਏਗਾ। ਮੈਂ ਤੁਹਾਡੇ ਸਟੈਂਡ ਦੀ ਜਾਂ ਤੁਹਾਡੇ ਵਿਜ਼ਨ ਦੀ ਜਾਂ ਤੁਹਾਡੇ ਏਜੰਡੇ ਦੀ ਗੱਲ ਕਰਦਾ, ਤੁਹਾਡਾ ਕੀ ਏਜੰਡਾ ਹੋਏਗਾ ਇਸ ਇਲੈਕਸ਼ਨ ਦੇ ਵਿੱਚ? ਦੇਖੋ, ਸਾਡਾ ਏਜੰਡਾ ਇਹ ਹੈ ਵੀ ਅਸੀਂ ਲੋਕਾਂ ਨੂੰ ਸਰਕਾਰ ਤੇ ਡਿਪੈਂਡੈਂਟ ਕਰਨ ਦੀ ਬਜਾਏ, ਠੀਕ ਹੈ ਕੁਝ % ਲੋਕ ਨੇ ਪੰਜਾਬ ਦੇ 20-25% ਗਰੀਬ ਲੋਕ, ਜਿਨ੍ਹਾਂ ਨੂੰ ਸਰਕਾਰ ਦੀਆਂ ਸਹੂਲਤਾਂ ਦੀ, ਸਰਕਾਰ ਦੀ ਜਿਹੜੀਆਂ ਨੇ ਫ੍ਰੀ ਬੀਜ਼ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਾਂ ਜਿਹੜੀਆਂ ਉਹਨਾਂ ਨੂੰ ਅਸੀਂ ਇਹ ਚੀਜ਼ਾਂ ਦਿੰਦੇ ਹਾਂ ਫ੍ਰੀ ਦੀਆਂ, ਉਹਨਾਂ ਦੀ ਲੋੜ ਹੈ, ਵਾਕਈ ਲੋੜ ਹੈ। ਪਰ ਅਸੀਂ ਉਹਨਾਂ ਨੂੰ ਨਿਸ਼ਾਨਾ, ਉਹਨਾਂ ਨੂੰ ਉਸ 'ਤੇ ਡਿਪੈਂਡੈਂਟ ਕਰਨਾ ਨਹੀਂ ਹੋਣਾ ਚਾਹੀਦਾ ਵੀ ਅਸੀਂ ਉਹਨਾਂ ਨੂੰ ਉਹਨਾਂ ਸਾਰੀਆਂ ਸਹੂਲਤਾਂ 'ਤੇ ਡਿਪੈਂਡੈਂਟ ਕਰਦੀ। ਅਸੀਂ ਉਹਨੂੰ ਸਮਰਥ ਬਣਾਉਣਾ ਚਾਹੀਦਾ ਲੋਕਾਂ ਨੂੰ, ਵੀ ਉਹ ਆਪਦੇ ਪੈਰਾਂ 'ਤੇ ਖੜੇ ਹੋ ਸਕਣ, ਉਹਨਾਂ ਨੂੰ ਸਰਕਾਰ ਦੀਆਂ ਵੱਲ ਨਾ ਝੱਕਣਾ ਪਵੇ। ਸਾਡਾ ਪਹਿਲਾ ਤਾਂ ਇਹ ਹੈ ਵੀ ਅਸੀਂ ਜੋ ਮਿਨੀਮਮ ਵੇਜ ਹੈ, ਅਸੀਂ ਆਪਦੇ ਮੈਨੀਫੈਸਟੋ 'ਚ ਪਾਇਆ ਸੀ, ਹੁਣ ਅਸੀਂ ਉਹ ਕਰ ਰਹੇ ਹਾਂ ਵੀ ਅੱਜ ਪੰਜਾਬ ਦਾ 9200 ਤੋਂ ਵਧਾ ਕੇ ਇਹਨੇ 9700 ਕੀਤਾ ਹੈ, ਵੀ ਘੱਟੋ ਘੱਟ 15000 ਰੁਪਇਆ ਹੋਣਾ ਚਾਹੀਦਾ। ਤੇ ਜੇ 15000 ਹੋਏਗਾ ਤਾਂ ਕਿਸੇ ਗਰੀਬ ਨੂੰ ਜਿਹੜਾ ਮਿਹਨਤ ਕਰਕੇ ਰੋਟੀ ਕਮਾਉਂਦਾ, ਉਹਨੂੰ ਘੱਟੋ ਘੱਟ ਆਪਦੇ ਜਵਾਕਾਂ ਦੇ ਪਾਲਣ ਪੋਸ਼ਣ ਦਾ ਕਰ ਸਕੇ। ਜਿਹੜਾ ਬੰਦਾ ਪੂਰੀ ਮਿਹਨਤ ਵੀ ਕਰਦਾ, ਜੇ ਉਹ ਵੀ ਆਪਦੇ ਬੱਚਿਆਂ ਨੂੰ ਨਹੀਂ ਪਾਲ ਸਕਦਾ, ਤਾਂ ਫਿਰ ਤਾਂ ਦੈਟ ਮੀਨ ਸਿਸਟਮ ਦੇ ਵਿੱਚ ਬਹੁਤ ਵੱਡੀਆਂ ਕਮੀਆਂ ਨੇ। ਉਹਦੇ ਵਿੱਚ ਉਹਨੂੰ ਸਿਕਿਉਰ ਕਰਨ ਲਈ ਉਹਦਾ ਲਾਈਵਲੀਹੁੱਡ, ਮੈਂ ਸਮਝਦਾ ਮਿਨੀਮਮ ਵੇਜ ਇੱਕ ਐਸੀ ਚੀਜ਼ ਹੈ ਜਿਹਦੀ ਬਾਹਰਲੇ ਦੇਸ਼ਾਂ ਤੁਸੀਂ ਦੇਖੋਗੇ ਬੜੀ ਵੱਡੀ ਅਹਿਮੀਅਤ ਹੈ ਇਹ ਚੀਜ਼ ਦੀ। ਉਰੇ ਇਹਨੂੰ ਕੋਈ ਕੁਝ ਸਮਝਦਾ ਹੀ ਨਹੀਂ, ਨਾ ਹੀ ਉਹਦੀ ਪਾਲਣਾ ਹੁੰਦੀ ਹੈ। ਜੇ ਅਸੀਂ ਮਿਨੀਮਮ ਵੇਜ ਨੂੰ ਪ੍ਰੋਪਰਲੀ ਇਨਸ਼ੋਰ ਕਰੀਏ, ਵਧਾਈਏ, ਤੇ ਸਮੇਂ ਸਿਰ ਉਹਨੂੰ ਉੱਤੇ ਲਿਜਾਈ ਜਾਈਏ, ਮੈਂ ਸਮਝਦਾ ਪੰਜਾਬ ਦੇ ਮਿਹਨਤਕਸ਼ ਲੋਕ ਨੇ, ਉਹਨਾਂ ਦੇ ਹੱਕਾਂ ਨੂੰ ਅਸੀਂ ਜਿਹੜਾ ਹੈ ਸਰਕਾਰ ਜਿਹੜਾ ਉਹਦੀ ਪੈਰਵਾਈ ਕਰ ਸਕਦੀ ਹੈ। ਅਸੀਂ ਇਹ ਨਿਸ਼ਾਨਾ ਸੀ ਵੀ 15000 ਅਸੀਂ ਮਿਨੀਮਮ ਵੇਜ ਕਰਾਂਗੇ। ਤੇ ਦੇਸ਼ 'ਚ ਹੈ ਵੀ ਜਿਹੜਾ ਹੈ ਕੇਰਲਾ ਦੇ ਵਿੱਚ
15,000 ਤੋਂ ਉੱਤੇ ਮਿਨੀਮਮ ਵੇਜ, ਉਹਦਾ ਕੋਈ ਬਹਾਨਾ ਨਹੀਂ ਵੀ ਜੀ ਇਹਦੇ ਨਾਲ ਜੌਬ ਘਟ ਜਾਏਗੀ ਜਾਂ ਕੁਝ ਹੋਰ ਹੋਏਗਾ। ਇਹ ਸਾਰੇ ਬਹਾਨੇ ਨੇ। ਹੁਣ ਤੁਹਾਨੂੰ ਮੈਂ ਦੱਸਦਾ ਜਿਹੜੇ ਲੇਟੈਸਟ ਇਸ ਵਾਰੀ ਜੋ ਨੋਬਲ ਪ੍ਰਾਈਜ਼ ਮਿਲਿਆ ਇਕਨੋਮਿਕਸ ਦਾ, ਉਹ ਇਸ ਗੱਲ ਤੇ ਮਿਲਿਆ ਵੀ ਵੇਜ ਇੰਕਰੀਜ਼ ਦਾ ਜਿਹੜਾ ਹੈ ਉਹਦਾ ਕੋਈ ਵੀ ਅਨਐਮਪਲੋਇਮੈਂਟ ਨਾਲ ਜਾਂ ਇੰਪਲੋਇਮੈਂਟ ਜਨਰੇਸ਼ਨ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਟ ਡਜ਼ ਨਾਟ ਐਡਵਰਸਲੀ ਇਫੈਕਟ ਇੰਪਲੋਇਮੈਂਟ ਜਨਰੇਸ਼ਨ। ਇਹ ਜਦ ਇਹ ਗੱਲਾਂ ਅੱਜ ਜਿਸ ਚੀਜ਼ ਨੂੰ ਨੋਬਲ ਪ੍ਰਾਈਜ਼ ਦੀ ਮਾਨਤਾ ਮਿਲ ਗਈ ਹੈ, ਦੈਟ ਮੀਨਸ ਸਰਕਾਰ ਨੂੰ ਇਹ ਤਾਂ ਸਾਡਾ ਇਹ ਨਿਸ਼ਾਨਾ ਇਹ ਕਰਾਂਗੇ। ਫਿਰ ਅਸੀਂ ਰੁਜ਼ਗਾਰ ਲਈ ਬੱਚਿਆਂ ਲਈ ਅਸੀਂ ਉਹਨਾਂ ਨੂੰ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਜੇ ਕੋਈ ਰੁਜ਼ਗਾਰ ਆਪਦੇ ਲਈ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੈ, ਅਸੀਂ 20-25 ਲੱਖ ਰੁਪਏ ਤੱਕ ਦਾ ਕਰਜ਼ਾ ਇਮੀਡੀਏਟਲੀ ਨਹੀਂ, ਹੌਲੀ ਹੌਲੀ ਵਧਾ ਕੇ ਉਹਦੀ ਕੰਮ ਦੀ ਮੁਤਾਬਕ ਜਿਹੜਾ ਹੈ ਬਹੁਤ ਘੱਟ ਵਿਆਜ ਤੇ ਜਾਂ ਵਿਆਜ ਮੁਕਤ ਉਹਨਾਂ ਨੂੰ ਅਸੀਂ ਕਰਜ਼ਾ ਮੁਹੱਈਆ ਕਰਾਵਾਂਗੇ, ਤਾਂ ਕਿ ਉਹ ਆਪ ਵੀ ਪੈਰਾਂ 'ਤੇ ਖੜੇ ਹੋਣ ਤੇ ਨਾਲ ਕੁਝ ਹੋਰ ਲੋਕਾਂ ਨੂੰ ਵੀ ਇੰਪਲੋਇਮੈਂਟ ਦੇਣ। ਅੱਜ ਸਾਰੀਆਂ ਸਰਕਾਰਾਂ ਲੋਕਾਂ ਨੂੰ ਝੂਠ ਬੋਲਦੇ, ਅਸੀਂ ਤਾਂ ਜੀ ਇੰਨੀ ਨੌਕਰੀ ਦੇਵਾਂਗੇ। ਸਰਕਾਰੀ ਨੌਕਰੀ ਤਾਂ ਤੁਸੀਂ 5-6 ਲੱਖ ਤੋਂ ਵੱਧ ਜਨਰੇਟ ਕਰ ਨਹੀਂ ਸਕਦੇ, ਨਾ ਹੀ ਸਰਕਾਰ ਉਸ ਤੋਂ ਬਾਅਦ ਤੁਹਾਨੂੰ ਪੇ ਕਰਨ ਦੀ ਸਰਕਾਰ ਦੀ ਸਮਰੱਥਾ ਹੈਗੀ ਹੈ। ਤੁਹਾਨੂੰ ਲੋਕਾਂ ਨੂੰ ਜਿਹੜਾ ਪ੍ਰਾਈਵੇਟ ਐਂਡ ਐਂਟਰਪ੍ਰੀਨਿਓਰਸ਼ਿਪ ਨੂੰ ਤੁਹਾਨੂੰ ਲੋਕਾਂ ਨੂੰ ਉਹਦੇ 'ਚ ਮਦਦ ਕਰਨੀ ਪਊਗੀ। ਤੁਹਾਨੂੰ ਲੋਕਾਂ ਨੂੰ ਉਤਸ਼ਾਹਿਤ ਕਰਨਾ ਪਊਗਾ ਵੀ ਲੋਕ ਆਪ ਰੁਜ਼ਗਾਰ ਆਪਦੇ ਪੈਦਾ ਕਰ ਸਕਣ, ਚਾਹੇ ਸੈਲਫ ਹੈਲਪ ਗਰੁੱਪ ਬਣਾ ਕੇ, ਚਾਹੇ ਗਰੀਬਾਂ ਦੀਆਂ ਕੋਈ ਹੋਰ ਜਿਵੇਂ ਪਿੰਡਾਂ 'ਚ ਸੁਸਾਇਟੀਆਂ ਨੇ। ਅਸੀਂ ਕਿਹਾ ਵੀ ਅਸੀਂ ਦਲਿਤ ਪਰਿਵਾਰਾਂ ਦੀਆਂ ਵੀ ਸੁਸਾਇਟੀਆਂ ਬਣਾ ਕੇ ਸਰਕਾਰ ਉਹਨਾਂ ਦੀ ਮਦਦ ਕਰੂਗੀ, ਤਾਂ ਕਿ ਉਹ ਵੀ ਆਪਦਾ ਕੋਈ ਰੁਜ਼ਗਾਰ ਦਾ ਸੁਸਾਇਟੀ ਕੋਈ ਕੰਮ ਸ਼ੁਰੂ ਕਰ ਸਕੇ ਰੁਜ਼ਗਾਰ ਦੇ। ਐਸੀ ਸਕੀਮਸ ਅਸੀਂ ਲਿਆਉਣਾ ਚਾਹੁੰਦੇ ਹਾਂ ਤੇ ਜਿਹੜੇ ਨੇ ਕੋਈ ਜਿਹੜੀਆਂ ਸਹੂਲਤਾਂ ਹੋਣਗੀਆਂ ਉਹ ਗਰੀਬਾਂ ਵੱਲ ਫੋਕਸ ਹੋਣਗੀਆਂ। ਇਹ ਨਹੀਂ ਵੀ ਹਰ ਕਿਸੇ ਨੂੰ ਦੇਵਾਂਗੇ। ਜਿਹੜਾ ਕੋਈ 50,000 ਜਾਂ ਲੱਖ ਰੁਪਇਆ ਜਿਹੜੀ ਕੋਈ ਤਨਖਾਹ ਲੈ ਰਹੀ ਹੈ ਲੇਡੀ ਸਰਕਾਰੀ, ਉਹਨੂੰ 1,000 ਰੁਪਇਆ ਤੁਸੀਂ ਦਿਓਗੇ, ਕੋਈ ਮਹੀਨੇ ਰੱਖਦਾ। ਤੁਸੀਂ ਗਰੀਬ ਨੂੰ ਭਾਵੇਂ 2,000 ਦੇ ਦਿਓ, ਕੋਈ ਉਹਨੂੰ ਮਾੜਾ ਨਹੀਂ ਕਹੂਗਾ, ਪਰ ਹਰ ਕਿਸੇ ਨੂੰ ਤੁਸੀਂ ਇੱਕੋ ਹੀ ਉਹ 'ਚ ਪ੍ਰੋ ਦੇਣਾਗਾ ਜਿਹੜਾ ਉਹ ਠੀਕ ਨਹੀਂ ਹੈ। ਤੁਹਾਨੂੰ ਫੋਕਸਡ ਜੋ ਵੀ ਕੁਝ ਤੁਹਾਡੇ ਰਿਸੋਰਸਿਸ ਨੇ ਉਹਨੂੰ ਫੋਕਸ ਕਰਕੇ ਸਪੈਂਡ ਕਰੋ, ਲੋੜਵੰਦਾਂ ਤੱਕ ਪਹੁੰਚਣ, ਤਾਂ ਫਿਰ ਇਹੀ ਸਾਡੀ ਜਿਹੜਾ ਹੈ ਨਿਸ਼ਾਨਾ ਹੈ। ਇਹ ਚੀਜ਼ ਨੂੰ ਅਸੀਂ ਲੈ ਕੇ ਚੱਲਾਂਗੇ ਜੀ। ਪਿਆਰੇ ਦਰਸ਼ਕੋ, ਤੁਸੀਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਆਪਣਾ ਏਜੰਡਾ ਤੁਹਾਡੇ ਸਾਹਮਣੇ ਰੱਖਿਆ ਕਿ ਉਹ ਇਹ ਚਾਹੁੰਦੇ ਨੇ ਕਿ ਇਹ ਏਜੰਡਾ ਉਹਨਾਂ ਨੇ ਫ੍ਰੀ ਦੇਣ ਬਾਰੇ ਜਿਹੜਾ ਹੈ ਬਿਲਕੁਲ ਸਾਫ਼ ਇਨਕਾਰ ਕੀਤਾ। ਮੇਰਾ ਖਿਆਲ ਹੈ ਤੁਸੀਂ ਮੁਫਤ ਕੁਝ ਨਹੀਂ ਦਿਓਗੇ ਜਿਸ ਤਰ੍ਹਾਂ ਬਾਕੀ ਪਾਰਟੀਆਂ ਨਹੀਂ। ਜਿਹੜੀਆਂ ਸਕੀਮ ਚੱਲ ਰਹੀਆਂ ਜਿਵੇਂ ਹੁਣ ਕੇਂਦਰ ਚੱਲ ਰਹੀ ਹੈ ਆਟਾ ਦਾਲ ਸਕੀਮ ਜੀ, ਉਹ ਚੱਲਣਗੀਆਂ। ਕਿਸਾਨਾਂ ਨੂੰ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇ। ਹਾਂ, ਜਿਹੜਾ ਕੋਈ ਇਨਕਮ ਟੈਕਸ ਪੇ ਕਰਦਾ ਉਹਨੂੰ ਮੁਫਤ ਬਿਜਲੀ ਦੀ ਕੀ ਲੋੜ ਹੈ ਜੀ। ਜਿਹੜਾ ਕੋਈ ਸਰਕਾਰੀ ਮੁਲਾਜ਼ਮ ਹੈ, ਪੱਕਾ ਮੁਲਾਜ਼ਮ ਹੈ, ਉਹਨੂੰ ਮੁਫਤ ਬਿਜਲੀ ਦੀ ਕੀ ਲੋੜ ਹੈ। ਉਹੀ ਪੈਸਾ ਕਈ ਲੋਕ ਐਸੇ ਨੇ ਜਿਨ੍ਹਾਂ ਕੋਲੇ ਜ਼ਮੀਨ ਵੀ ਥੋੜੀ, ਉਹਨਾਂ ਕੋਲ ਇੱਕ ਵੀ ਕਨੈਕਸ਼ਨ ਨਹੀਂ, ਉਹਨਾਂ ਨੂੰ ਤਾਂ ਸਰਕਾਰ ਦੀ ਕੋਈ ਮਦਦ ਹੀ ਨਹੀਂ ਮਿਲ ਰਹੀ। ਖੇਤੀ ਕਰ ਰਹੇ ਨੇ ਵਿਚਾਰੇ, ਪਤਾ ਨਹੀਂ ਕਿਵੇਂ ਚਲਾ ਰਹੇ ਨੇ ਆਪਦਾ ਕੰਮ। ਉਹਨਾਂ ਨੂੰ ਨਾ ਤਾਂ ਫ੍ਰੀ ਬਿਜਲੀ ਮਿਲ ਰਹੀ ਹੈ ਕਿਉਂਕਿ ਉਹਨਾਂ ਕੋਲ ਕਨੈਕਸ਼ਨ ਹੀ ਨਹੀਂ ਹੈ। ਉਹਨਾਂ ਨੂੰ ਤੁਸੀਂ ਰਾਦਰ ਸਬਸਿਡਾਈਜ਼ ਕਰੋ ਤਾਂ ਕਿ ਉਹਨਾਂ ਦਾ ਪੈਸਾ ਖੇਤੀ ਦਾ ਪੈਸਾ ਖੇਤੀ 'ਚ ਰਹੇ, ਪਰ ਛੋਟੇ ਕਿਸਾਨ ਨੂੰ ਛੋਟੇ ਵੱਲ ਕੇਂਦਰਿਤ ਕਰੋ। ਜੀ ਢੀਂਡਸਾ ਸਾਹਿਬ, ਮੈਂ ਵੈਸੇ ਬਿਲਕੁਲ ਇਹਨੂੰ ਕਨਕਲੂਡ ਕਰਨਾ ਸੀ, ਪਰ ਮੇਰੇ ਇੱਕ ਦਿਮਾਗ 'ਚ ਗੱਲ ਆਈ। ਅੱਜ ਹੀ ਮੈਂ ਦੇਖ ਰਿਹਾ ਸੀ ਇੱਕ ਸਟੇਟਮੈਂਟ ਭਗਵੰਤ ਮਾਨ ਹੋਰਾਂ ਦੀ ਕਿ ਜਿਹੜਾ ਰੇਤ ਮਾਫੀਆ ਹੈ ਤੋਂ 20,000 ਕਰੋੜ ਰੁਪਈਆ ਲਵਾਂਗੇ ਤਾਂ 5 ਸਾਲ 'ਚ 1 ਲੱਖ ਕਰੋੜ ਸਾਨੂੰ ਆਊਗਾ। ਇਹ ਐਡਾ ਵੱਡਾ ਮਾਫੀਆ ਜਿਹੜਾ ਜਿਵੇਂ ਕਿਹਾ ਜਾਂਦਾ। ਦੇਖੋ, ਤੁਸੀਂ ਜਦੋਂ ਮੈਂ ਫਾਈਨਾਂਸ ਮਿਨਿਸਟਰ ਉਦੋਂ ਤੁਹਾਡੇ ਹੱਥਾਂ 'ਚ ਹੀ ਆਉਂਦਾ ਹੋ ਨਾ ਵੀ ਕਿੰਨਾ ਕੁ ਤੁਹਾਨੂੰ ਇਨਕਮ ਇਹਦੇ ਥਰੂ ਹੁੰਦੀ। ਦੇਖੋ, ਮੈਂ ਇਹ ਮੰਨਦਾ ਅੱਜ 200 ਕਰੋੜ ਰੁਪਈਆ ਸਰਕਾਰ ਨੂੰ ਆਮਦਨ ਆ ਰਹੀ ਹੈ ਸਿਰਫ 200 ਰੇਤੇ 'ਚੋਂ ਜੀ। ਉਹਨੂੰ 1,000 ਕਰੋੜ ਤੱਕ ਤੁਸੀਂ ਲਿਜਾ ਸਕਦੇ ਹੋ। ਮਤਲਬ 800 ਕਰੋੜ ਦੀ ਲੁੱਟ ਹੈ ਤੁਹਾਡੇ ਮੁਤਾਬਕ। ਇੰਨੀ ਕਰ ਸਕਦੇ ਹੋ ਤੁਸੀਂ। ਉਹਦੇ ਨਾਲ ਕੁਛ ਨਾ ਕੁਛ ਤੁਸੀਂ ਮਤਲਬ ਸਰਕਾਰ ਉਹਨੂੰ ਪ੍ਰੋਪਰ ਰੈਗੂਲੇਟ ਕਰੇ ਤਾਂ 1,000 ਕਰੋੜ ਤੱਕ ਲਿਜਾਇਆ ਜਾ ਸਕਦਾ। ਪਰ ਜਿਹੜੇ 20,000 ਕਰੋੜ ਦੀਆਂ ਗੱਲਾਂ ਕਰ ਰਹੇ ਤਾਂ ਮਤਲਬ ਪਤਾ ਨਹੀਂ ਕਿੱਥੋਂ ਇਹ ਫਿਗਰਸ ਲੈ ਕੇ ਆਉਂਦੇ ਨੇ। ਤੇ ਸ਼ਰਾਬ 'ਚੋਂ ਕਿੰਨਾ ਕਰ ਸਕਦਾ ਸਰਕਾਰ? ਸ਼ਰਾਬ ਦੇ ਵਿੱਚੋਂ ਵੀ ਅਸੀਂ ਜਿਹੜੀ ਨੈਚੁਰਲ ਗਰੋਥ ਹੈ ਇਨਕਮ ਦੀ, ਸ਼ਰਾਬ ਦੇ ਰੇਟ ਵਧਣ ਨਾਲ ਉਹ ਤਾਂ ਅੱਡ ਹੈ। ਸ਼ਰਾਬ ਦੇ 'ਚੋਂ ਮੈਂ ਮੰਨਦਾਗਾ ਵੀ ਜੇ ਅੱਜ 7,000 ਕਰੋੜ ਹੈ ਤਾਂ ਉਹਨੂੰ 9,000 ਕਰੋੜ ਤੱਕ ਲਿਜਾਇਆ ਜਾ ਸਕਦਾ। ਉਹਦਾ ਕਾਰਨ ਕੀ ਹੈ ਕਿ ਜੇ ਸਰਕਾਰ ਵੀ ਕਰੂਗੀ, ਸਰਕਾਰ ਇੱਕ ਤਾਂ ਜਿਹੜਾ ਠੇਕੇਦਾਰ ਨੇ ਉਹਨਾਂ ਦਾ ਮਾਰਜਨ ਘੱਟ ਕਰੂਗੀ। ਦੂਜਾ ਜਿਹੜਾ ਹੈ, ਤੁਸੀਂ ਕਈ ਵਾਰ ਅਸੀਂ ਕਰਦੇ ਹਾਂ ਬਾਕੀ ਸਟੇਟਸ ਨਾਲ ਕੰਪੇਅਰ ਕਰਦੇ ਨੇ, ਉੱਥੇ ਸ਼ਰਾਬ ਦਾ ਰੇਟ ਕੀ ਹੈ? ਨਹੀਂ, ਜੇ ਲਿਕੁਅਰ ਕਾਰਪੋਰੇਸ਼ਨ ਬਣਦੀ ਹੈ ਸਰਕਾਰ ਆਪਣੀ, ਮੈਂ ਸਮਝਦਾ 2-2.5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਆਮਦਨ ਅਸੀਂ ਵਧਾ ਸਕਦੇ ਹਾਂ। ਪਰ
ਉਹਦਾ ਕੀ ਹੈ, ਕਿਉਂ ਅਸੀਂ ਜ਼ਿਆਦਾ ਨਹੀਂ ਵਧਾ ਸਕਦੇ? ਕਈ ਲੋਕ ਕਰਦੇ ਕਿਉਂਕਿ ਜੇ ਅਸੀਂ ਰੇਟ ਵਧਾ ਦਿੰਦੇ ਹਾਂ ਜ਼ਿਆਦਾ ਤਾਂ ਫਿਰ ਸਮਗਲਿੰਗ ਸ਼ੁਰੂ ਹੋ ਜਾਂਦੀ ਹੈ ਦੂਜੇ ਸਟੇਟਸ ਤੋਂ। ਹਰਿਆਣੇ 'ਚੋਂ ਸਸਤੀ ਸ਼ਰਾਬ ਹੈ ਉਹ ਪੰਜਾਬ 'ਚ ਆ ਕੇ ਸਿੱਟਣਗੇ। ਜਿੱਥੇ ਜ਼ਿਆਦਾ ਮਾਰਜਨ ਹੈ ਉੱਥੇ ਰਿਸਕ ਵੀ ਵੱਡਾ ਲੈਂਦਾ ਬੰਦਾ। ਹੁਣ ਵੀ ਪਿੱਛੇ ਵੀ ਤੁਹਾਨੂੰ ਪਤਾ ਹੈ ਕਿੰਨੀ ਜ਼ਿਆਦਾ ਸਮਗਲਿੰਗ ਦੀ ਸਮੱਸਿਆ ਆ ਰਹੀ ਸੀਗੀ। ਹਿਮਾਚਲ ਦੇ ਵਿੱਚੋਂ ਹੋਰ ਸਟੇਟਸ ਦੇ ਵਿੱਚੋਂ ਫਿਰ ਸਮਗਲਿੰਗ ਸ਼ੁਰੂ ਹੋ ਜਾਂਦੀ ਹੈ। ਸੋ ਇਹ ਜਿਹੜਾ ਟੈਕਸੇਸ਼ਨ ਹੈ ਇਹਨੂੰ ਤੁਸੀਂ ਇਨ ਆਈਸੋਲੇਸ਼ਨ ਨਹੀਂ ਦੇਖ ਸਕਦੇ। ਇਹਨੂੰ ਤੁਸੀਂ ਤੁਹਾਨੂੰ ਬਾਕੀ ਆਲੇ ਦੁਆਲੇ ਜਿਹੜੀਆਂ ਤੁਹਾਡੀਆਂ ਸਟੇਟਸ ਨੇ ਉੱਥੇ ਕੀ ਟੈਕਸ ਰੇਟਸ ਨੇ ਉਹ ਚੀਜ਼ਾਂ ਨੂੰ ਦੇਖ ਕੇ, ਉੱਥੇ ਕੀ ਸ਼ਰਾਬ ਦੇ ਰੇਟਸ ਨੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਜਿਹੜਾ ਹੈ ਫੈਸਲਾ ਕਰਨਗੇ। ਨਹੀਂ ਤਾਂ ਤੁਹਾਡੀ ਰੈਵਨਿਊ ਵਧਣ ਦੀ ਬਜਾਏ ਕਈ ਵਾਰ ਘਟ ਵੀ ਜਾਂਦਾ ਹੈਗਾ ਜੇ ਸਮਗਲਿੰਗ ਹੀ ਨਹੀਂ ਸ਼ੁਰੂ ਹੋ ਜੇ। ਜੀ ਸੋ ਪਹਿਲੇ ਦਰਸ਼ਕੋ, ਤੁਸੀਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਸੁਣਿਆ, ਉਹਨਾਂ ਦਾ ਵਿਜ਼ਨ ਕੀ ਹੈ, ਉਹ ਏਜੰਡਾ ਕੀ ਹੈ ਆਉਣ ਵਾਲੀ ਇਲੈਕਸ਼ਨ ਦੇ ਵਿੱਚ, ਤੇ ਉਹਨਾਂ ਦੀ ਪਾਰਟੀ ਕਿਉਂਕਿ ਜਿਹੜੀ ਇਹਨਾਂ ਨੇ ਸ਼ੀਟ ਸ਼ੇਅਰਿੰਗ ਕਰਨ ਲਈ ਇੱਕ ਕਮੇਟੀ ਬਣਾਈ ਹੈ ਉਹਦੇ ਵੀ ਮੈਂਬਰ ਨੇ। ਸੋ ਇਹ ਸਾਰੀਆਂ ਗੱਲਾਂ 'ਚ ਤੁਹਾਨੂੰ ਇੱਕ ਆਈਡੀਆ ਹੋ ਗਿਆ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ, ਕੈਪਟਨ ਸਾਹਿਬ ਦੀ ਪੰਜਾਬ ਲੋਕ ਕਾਂਗਰਸ ਔਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਹ ਕਿਸ ਤਰਫ ਨੂੰ ਵੱਧ ਰਿਹਾ ਹੈ। ਤੇ ਤੁਹਾਡੇ ਸਾਹਮਣੇ ਸਾਰੀਆਂ ਪਾਰਟੀਆਂ ਦੇ ਏਜੰਡਾ ਅੱਜ ਆ ਰਿਹਾ ਹੈ। ਪਹਿਲਾਂ ਤੁਹਾਡੇ ਸਾਹਮਣੇ ਡਾਕਟਰ ਦਲਜੀਤ ਸਿੰਘ ਚੀਮਾ ਆਪਣਾ ਰੱਖ ਕੇ ਗਏ ਨੇ, ਹੁਣ ਢੀਂਡਸਾ ਸਾਹਿਬ ਨੇ ਰੱਖਿਆ, ਹੋਰ ਪਾਰਟੀ ਦੇ ਨੁਮਾਇੰਦੇ ਵੀ ਆਉਣਗੇ। ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਅਸੀਂ ਢੀਂਡਸਾ ਸਾਹਿਬ ਦਾ ਧੰਨਵਾਦ ਕਰੀਏ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਧੰਨਵਾਦ ਜੀ ਵਾਲੀਆ ਸਾਹਿਬ। ਸ਼ੁਕਰੀਆ ਜੀ।